हर शाख विच धरत दा सोग है मेरे पत्तियां नू पतझड़ सुकाउंदी रही पत्ते किरदे रहे लफ्ज बन तरत ते पत्ते किरदे रहे लफ्ज बन तरत ते मैं ओ लिखिया हवा जो लिखाउंदी कि जिंदगी की है ਤੁਹਾਡੇ ਤੋਂ ਬਿਹਤਰ ਮੈਨੂੰ ਲੱਗਦਾ ਸ਼ਾयद ਕੋਈ ਇਸ ਦਾ ਜਵਾਬ ਨਾ ਦੇ ਸਕੇ। मेरी नज़रिए में तो ज़िंदगी यही है सर कि सफलता असफलता दुख सुख दा जोड़ जिंदगी है। मैं किचन च भी काम करीदा है, मैं बाहर अपना ऑफिस भी सारा सक्षम भी मैनेज कर रही हाँ। जो मैं शॉपिंग करने अगर राशन लेके आना है वो भी मैं घर दे काम जितने भी बाहर दे ज़्यादातर 95% काम मेरे है। राधर एक बार मैंने चैलेंज होया कि तू हलवा बना सकती है, मैं क्या हाँ तो मैं बना के दिखाता। चैलेंज कितना कीता सी ਤੁਹਾਨੂੰ ਇਹ? मेरे हस्बैंड ने किया ਸੀ कि तू हलवा मैं क्या मैं बना सकती हूँ। ਕੋਈ ਅਜਿਹਾ ਸਮਾਂ ਆਇਆ ਜਦੋਂ ਲੱਗਾ ਕਿ ਜ਼ਿੰਦਗੀ ਨੂੰ ਹਾਰ ਮੰਨ ਲਈ ਹੋਵੇ ਤੁਸੀਂ ਜਾਂ ਕਦੇ ਇਦਾਂ ਦਾ ਕੋਈ ਸਮਾਂ ਆਇਆ ਹੋਵੇ? ਇੱਕ ਪੁਆਇੰਟ ਤੇ ਆ ਕੇ ਲੱਗਦਾ ਹੁੰਦਾ ਕਿ ਸਮਾਜ ਦਾ ਨਜ਼ਰੀਆ ਅੱਜ ਵੀ ਬਦਲਣ ਦੀ ਜ਼ਰੂਰਤ ਹੈ। ਅਸੀਂ ਚਾਹੇ PhD ਕਰਕੇ ਅਸੀਂ ਚਾਹੇ ਪ੍ਰੋਫੈਸਰ ਬਣ ਗਏ ਸਾਨੂੰ ਪੂਰਾ ਗ੍ਰੇਡ ਮਿਲ ਰਿਹਾ ਜਿਹੜਾ ਆਮ ਬੰਦੇ ਨੂੰ ਮਿਲ ਰਿਹਾ ਪਰ ਸੋਸਾਇਟੀ ਵਿੱਚ ਅਜੇ ਵੀ ਕਿਤੇ ਨਾ ਕਿਤੇ ਹਿੱਚ ਰਹਿੰਦੀ ਹੈ ਕਿ ਹਾਂ ਇਹ ਬਲਾਈਂਡ ਪਰਸਨ ਹੈ, ਇਹ ਹੈਂਡੀਕੈਪਡ ਪਰਸਨ ਹੈ। ਇੱਕ ਨਾਰਮਲ ਵਿਅਕਤੀ ਵੀ ਹਾਰ ਮੰਨ ਜਾਂਦਾ ਹੈ। ਕੀ ਕਾਰਨ ਮੰਨਦੇ ਵੀ ਜ਼ਿੰਦਗੀ ਤੋਂ ਲੋਕ ਇੰਨੇ ਅੱਕ ਕਿਉਂ ਗਏ ਨੇ? ਕਿਤੇ ਕਿਤੇ ਤਾਂ ਹਾਰ ਮੰਨਣ ਦਾ ਕਾਰਨ ਖੁਦ ਇਨਸਾਨ ਹੁੰਦਾ ਕਿ ਉਹਦੇ 'ਚ ਹਿੰਮਤ ਘਟ ਗਈ ਹੁੰਦੀ ਹੈ। ਉਹ ਮਿਹਨਤ ਹੀ ਨਹੀਂ ਕਰਨਾ ਚਾਹ ਰਿਹਾ ਹੁੰਦਾ, ਉਹਨਾਂ ਜਜ਼ਬਾ ਨਹੀਂ ਰੱਖਦਾ ਮਿਹਨਤ ਦਾ। ਤੁਹਾਡੇ ਮਾਪੇ ਨੂੰ ਪਤਾ ਲੱਗਾ ਹੋਊਗਾ ਕਿ ਬੱਚਾ ਬਲਾਈਂਡ ਹੈ, ਉਸ ਸਮੇਂ ਉਹਨਾਂ ਦੇ ਕੀ ਹਾਲਾਤ ਸੀ? ਉਤਸ਼ਾਹੀ ਸੀਗਾ ਕਿ ਉਹ ਇੱਕਦਮ ਨਿਰਾਸ਼ ਨਹੀਂ ਹੋਏ। ਉਹਨਾਂ ਨੇ ਇਹ ਨਹੀਂ ਸੋਚਿਆ ਕਿ ਅਸੀਂ ਬੱਚੇ ਨੂੰ ਪੜ੍ਹਾਵਾਂਗੇ ਨਹੀਂ, ਉਹ ਕਹਿੰਦੇ ਚਲੋ ਰਸਤੇ ਲੱਭੀਏ ਆਪਾਂ ਕਿੱਦਾਂ ਪੜ੍ਹਾ ਸਕਦੇ ਹਾਂ ਇਹਨਾਂ ਨੂੰ। ਸ਼ੁਰੂ 'ਚ ਘਰ 'ਚ ਕੋਈ ਨਿਰਾਸ਼ਾ ਸੀ। ਮੈਂ 9 ਸਾਲ ਦੀ ਉਮਰ 'ਚ ਮੈਂ ਸਕੂਲ ਹੀ ਨਹੀਂ ਜਾ ਪਾਇਆ ਸੀ, ਭੇਜਿਆ ਨਹੀਂ ਘਰਦਿਆਂ ਨੇ ਡਰਦੇ ਮਾਰੇ ਕਿ ਇਹਦਾ ਐਕਸੀਡੈਂਟ ਨਾ ਹੋ ਜਾਵੇ, ਇਹ ਨਾ ਹੋ ਜਾਵੇ, ਜਾਏਗਾ ਕਿੱਦਾਂ, ਇਹਨੂੰ ਛੱਡ ਕੇ ਕਿੱਦਾਂ ਆਵਾਂਗੇ। ਮੇਰੀ ਹੋਣੀ ਤਾਂ ਉਹ ਹੈ ਸਦੀਆਂ ਤੋਂ ਹੀ ਟੁੱਟਦੇ ਪੱਤਿਆਂ ਨੂੰ ਸੀਨੇ ਦੇ ਵਿੱਚ ਸਾਂਭ ਕੇ ਟੁੱਟਦੇ ਪੱਤਿਆਂ ਨੂੰ ਸੀਨੇ ਦੇ ਵਿੱਚ ਸਾਂਭ ਕੇ ਫੁੱਟਦੇ ਪੱਤਿਆਂ ਨੂੰ ਲੋਰੀ ਸੁਣਾਉਂਦੀ ਰਹੀ। ਜ਼ਿੰਦਗੀ ਬੜੀ ਹਸੀਨ ਹੈ, ਬਸ ਜਿਉਣ ਦਾ ਸਲੀਕਾ ਚਾਹੀਦਾ ਹੈ। ਪਰ ਬਹੁਤ ਸਾਰੇ ਲੋਕ ਜ਼ਿੰਦਗੀ ਤੋਂ ਹਾਰ ਮੰਨ ਜਾਂਦੇ ਨੇ। ਕਿਸੇ ਦੇ ਛੋਟੀ ਜਿਹੀ ਸੱਟ ਵੀ ਲੱਗ ਜਾਵੇ ਤਾਂ ਉਹ ਵੀ ਰੱਬ ਨੂੰ ਗਾਲਾਂ ਕੱਢਣ ਲੱਗ ਜਾਂਦਾ ਹੈ। ਪਰ ਅੱਜ ਜਿਹੜੀਆਂ ਸ਼ਖਸੀਅਤਾਂ ਦੇ ਨਾਲ ਤੁਹਾਨੂੰ ਮੈਂ ਮੁਲਾਕਾਤ ਕਰਵਾਉਣ ਜਾ ਰਿਹਾ ਉਹ 100% ਬਲਾਈਂਡ ਨੇ, ਪਰ ਨਾ ਤਾਂ ਉਹ ਕਦੇ ਜ਼ਿੰਦਗੀ ਦੇ ਵਿੱਚ ਹਾਰ ਮੰਨੀ ਉਹਨਾਂ ਨੇ ਤੇ ਨਾ ਹੀ ਕਦੇ ਜ਼ਿੰਦਗੀ ਤੋਂ ਨਿਰਾਸ਼ ਹੋਏ ਨੇ, ਬਲਕਿ ਬਾਖੂਬੀ ਤਰੀਕੇ ਦੇ ਨਾਲ ਉਹ ਜ਼ਿੰਦਗੀ ਜਿਉ ਰਹੇ ਨੇ। ਮੇਰੇ ਨਾਲ ਡਾਕਟਰ ਪ੍ਰੇਮ ਸਾਗਰ ਅਤੇ ਉਹਨਾਂ ਦੀ ਪਤਨੀ ਮੌਜੂਦ ਨੇ ਜੋ 100% ਬਲਾਈਂਡ ਨੇ, ਪਰ ਜੋ ਇਹਨਾਂ ਦੀਆਂ ਉਪਲਬਧੀਆਂ ਨੇ ਉਹ ਇੱਕ ਨੋਰਮਲ ਇਨਸਾਨ ਤੋਂ ਵੀ ਕਿਤੇ ਜ਼ਿਆਦਾ ਨੇ। ਡਾਕਟਰ ਸਾਗਰ ਮਿਊਜ਼ਿਕ ਦੇ ਟੀਚਰ ਵੀ ਨੇ, ਇੱਕ ਕਾਲਜ ਦੇ ਵਿੱਚ ਪ੍ਰੋਫੈਸਰ ਨੇ ਜਿੱਥੇ ਬੱਚਿਆਂ ਨੂੰ ਮਿਊਜ਼ਿਕ ਸਿਖਾਉਂਦੇ ਨੇ ਅਤੇ ਇੱਕ ਸੰਸਥਾ ਦੇ ਨਾਲ ਜੁੜੇ ਹੋਏ ਨੇ ਜਿੱਥੇ ਉਹ ਬਲਾਈਂਡ ਬੱਚਿਆਂ ਨੂੰ ਸਿੱਖਿਅਤ ਕਰ ਰਹੇ ਨੇ। ਇਹਨਾਂ ਦੇ ਜਿਹੜੇ ਬੱਚੇ ਨੇ ਜਿਨ੍ਹਾਂ ਨੂੰ ਇਹ ਐਜੂਕੇਸ਼ਨ ਦੇ ਰਹੇ ਨੇ ਉਹਨਾਂ ਬੱਚਿਆਂ ਦੇ ਵਿੱਚੋਂ ਇੱਕ ਬੱਚਾ ਪੜ੍ਹ ਕੇ IAS ਵੀ ਬਣ ਚੁੱਕਾ ਹੈ। ਡਾਕਟਰ ਸਾਗਰ ਸਾਡੇ ਨਾਲ ਨੇ, ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਰ ਸਭ ਤੋਂ ਪਹਿਲਾਂ ਸਵਾਗਤ ਹੈ TV ਪੰਜਾਬ ਤੇ। ਬਹੁਤ ਬਹੁਤ ਧੰਨਵਾਦ ਸਰ, ਬਹੁਤ ਬਹੁਤ ਧੰਨਵਾਦ। ਸਭ ਤੋਂ ਪਹਿਲਾਂ ਸਵਾਲ ਇਹ ਲੈਣਾ ਚਾਹੁੰਦਾ ਕਿ ਜ਼ਿੰਦਗੀ ਕੀ ਹੈ? ਤੁਹਾਡੇ ਤੋਂ ਬਿਹਤਰ ਮੈਨੂੰ ਲੱਗਦਾ ਸ਼ਾਇਦ ਕੋਈ ਇਸ ਦਾ ਜਵਾਬ ਨਾ ਦੇ ਸਕੇ। ਬਹੁਤ ਸਾਰੀਆਂ ਸ਼ਖਸੀਅਤਾਂ ਨੇ, ਬਹੁਤ ਸਾਰੇ ਲੋਕ ਨੇ ਜਿਹੜੇ ਜ਼ਿੰਦਗੀ ਤੋਂ ਹਾਰ ਵੀ ਮੰਨ ਜਾਂਦੇ ਨੇ। ਤੁਸੀਂ ਜ਼ਿੰਦਗੀ ਨੂੰ ਕੀ ਸਮਝਦੇ ਹੋ? ਵਾਹ, ਬਹੁਤ ਸੋਹਣਾ ਪ੍ਰਸ਼ਨ ਹੈ ਸਰ। ਜ਼ਿੰਦਗੀ ਇੱਕ ਰਲਿਆ ਮਿਲਿਆ ਸਬਕ ਹੈ ਸਰ, ਧੁੱਪ ਛਾਂ ਦਾ ਮੇਲ ਹੈ ਔਰ ਇਹੀ ਦਾ ਸੁਭਾਵ ਹੈ। ਸੁੱਖ ਦੁੱਖ ਦਾ ਜੋੜ ਹੈ, ਦੁੱਖ ਹੈ ਤਾਂ ਹੀ ਤਾਂ ਸੁੱਖ ਹੈ। ਤੇ ਇਸ ਨਾਤੇ ਮੈਂ ਜ਼ਿੰਦਗੀ ਨੂੰ ਇਹੀ ਦੇਖਦਾ ਕਿ ਜ਼ਿੰਦਗੀ ਵਿੱਚ ਮੁਸੀਬਤ ਦਿੱਕਤ ਜਿੱਥੇ ਇਹਦਾ ਹਿੱਸਾ ਬਹੁਤ ਵੱਡਾ ਹੈ ਉੱਥੇ ਸਫਲਤਾਵਾਂ ਇਹਦੇ ਵਿੱਚ ਬਹੁਤ ਛਿਪੀਆਂ ਹੋਈਆਂ ਹਨ। ਤਾਂ ਮੇਰੀ ਨਜ਼ਰੀਏ ਵਿੱਚ ਤਾਂ ਜ਼ਿੰਦਗੀ ਇਹੀ ਹੈ ਸਰ ਕਿ ਸਫਲਤਾ ਅਸਫਲਤਾ ਦੁੱਖ ਸੁੱਖ ਦਾ ਜੋੜ ਜ਼ਿੰਦਗੀ ਹੈ।
ਮੈਂ ਸਵਾਲ ਤੁਹਾਨੂੰ ਤਾਂ ਕੀਤਾ ਕਿਉਂਕਿ ਜਿਵੇਂ ਮੈਂ ਸਟਾਰਟਿੰਗ ਦੇ ਵਿੱਚ ਜ਼ਿਕਰ ਕੀਤਾ ਕਿ ਕਿਸੇ ਦੇ ਛੋਟੀ ਜਿਹੀ ਸੱਟ ਵੀ ਲੱਗ ਜੇ ਜਾਂ ਕਿਸੇ ਨੂੰ ਕੋਈ ਬਿਮਾਰੀ ਵੀ ਲੱਗ ਜੇ ਨਾ, ਉਹ ਵੀ ਰੱਬ ਨੂੰ ਗਾਲਾਂ ਕੱਢਣ ਲੱਗ ਜਾਂਦਾ ਕਿ ਮੇਰੇ ਨਾਲ ਰੱਬਾ ਤੇਰੀ ਦੁਸ਼ਮਣੀ ਮੇਰੇ ਨਾਲ ਹੀ ਹੈ। ਤੁਸੀਂ 100% ਬਲਾਈਂਡ ਹੋ, ਦੇਖ ਨਹੀਂ ਸਕਦੇ। ਕਦੇ ਜ਼ਿੰਦਗੀ ਦੇ ਵਿੱਚ ਕਦੇ ਨਿਰਾਸ਼ਾ ਹੋਈ, ਰੱਬ ਨਾਲ ਕਦੇ ਸ਼ੰਕਾ ਹੋਈ ਵੀ ਮੈਨੂੰ ਇਹ ਅੱਖਾਂ ਨਹੀਂ ਦਿੱਤੀਆਂ, ਰੋਸ਼ਨੀ ਨਹੀਂ ਦਿੱਤੀ ਤੁਸੀਂ, ਬਲਕਿ ਮੈਂ ਜਿੱਦਾਂ ਦੇਖਿਆ ਇੱਕ ਬਖੂਬੀ ਵਧੀਆ ਤਰੀਕੇ ਦੇ ਨਾਲ ਜ਼ਿੰਦਗੀ ਜਿਉ ਰਹੇ ਹੋ। ਬਿਲਕੁਲ ਸਰ, ਮੈਂ ਇਹਦੇ ਬਾਰੇ ਤੁਹਾਨੂੰ ਇਹੀ ਕਹਿਣਾ ਚਾਹਾਂਗਾ ਵੀ ਰੋਸ਼ਨੀ ਨਹੀਂ ਮਿਲੀ ਅੱਖਾਂ ਦੀ ਤੇ ਅਸੀਂ ਇਹਨੂੰ ਇੱਕ ਬਹੁਤ ਫਿਲਾਸਫੀਕਲ ਦ੍ਰਿਸ਼ਟੀਕੋਣ ਨਾਲ ਦੇਖਦੇ ਹਾਂ। ਬਾਣੀ 'ਚ ਇੱਕ ਫਰਮਾਨ ਆਉਂਦਾ ਹੈ ਕਿ ਕਰਮਾਂ ਸੰਦੜਾ ਖੇਤ, ਕਿ ਕੋਈ ਨਾ ਕੋਈ ਕਰਮ ਹੁੰਦਾ ਹੈ ਪਿੱਛੇ ਇਨਸਾਨ ਦਾ ਜਿਹਦੇ ਕਰਕੇ ਦੁੱਖ ਆਉਂਦਾ, ਪਰ ਉਹ ਪਰਮਾਤਮਾ ਦਾ ਸਾਡਾ ਮਾਂ-ਬਾਪ ਸਮਾਨ ਹੈ। ਜੇ ਸਾਡੀ ਜ਼ਿੰਦਗੀ 'ਚ ਕੋਈ ਉਹਨੇ ਕਿਸੇ ਕਰਮ ਕਰਕੇ ਦੁੱਖ ਆਇਆ, ਉਹਦੇ ਨਾਲ ਕੰਪਨਸੇਸ਼ਨ ਬਹੁਤ ਵੱਡੀ ਦਿੱਤੀ ਹੋਈ ਹੈ। ਉਹਨੇ ਸਾਨੂੰ ਵਿਦਿਆ ਦਾ ਨੂਰ ਦਿੱਤਾ, ਵਿਦਿਆ ਅਭਿਆਸ ਕਰਨ ਦਾ ਬਲ ਬਖਸ਼ਿਆ, ਤਾਂ ਵਿਦਿਆ ਦਾ ਨੂਰ ਪ੍ਰਾਪਤ ਕਰਕੇ ਸਾਨੂੰ ਕਦੀ ਵੀ ਅੱਖਾਂ ਦੀ ਰੋਸ਼ਨੀ ਦੀ ਕਮੀ ਖਲੀ ਨਹੀਂ ਸਰ। ਇਸ ਕਰਕੇ ਸਾਨੂੰ ਕੋਈ ਗਿਲਾ ਨਹੀਂ, ਕੋਈ ਸ਼ਿਕਾਇਤ ਨਹੀਂ। ਅਸੀਂ ਕਹਿੰਦੇ ਜੋ ਹੈ, ਜਿਵੇਂ ਕਿ ਅੱਜ ਸਾਡੇ ਜਿਹੜੇ ਕਾਉਂਸਲਰਸ ਹੈ, ਸਾਨੂੰ ਸਮਝਾਉਣ ਵਾਲੇ ਲੋਕ ਜਿਹੜੇ ਸਾਈਕੋਲੋਜੀਕਲੀ ਕਾਉਂਸਲਿੰਗ ਕਰਦੇ ਹੈ, ਉਹ ਕੀ ਕਹਿੰਦੇ ਕਿ ਗਲਾਸ ਨੂੰ ਭਰਿਆ ਅੱਧਾ ਦੇਖਣਾ ਜਾਂ ਖਾਲੀ ਦੇਖਣਾ। ਤਾਂ ਅਸੀਂ ਕਹਿੰਦੇ ਜਿਹੜਾ ਸਾਡੇ ਕੋਲ ਹੈ ਉਹ ਪੋਜ਼ਿਟਿਵਿਟੀ ਸਾਡੇ ਵਾਸਤੇ ਉਹੀ ਸਭ ਕੁਝ ਹੈ। ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਇਸ ਇੰਟਰਵਿਊ ਦੇ ਵਿੱਚ, ਪਰ ਸਰ ਦਾ ਮਿਊਜ਼ਿਕ ਦੇ ਨਾਲ ਬਹੁਤ ਪਿਆਰ ਹੈ, ਹੁਣ ਵੀ ਉਹ ਮਿਊਜ਼ਿਕ ਦੇ ਨਾਲ ਹੀ ਜੁੜੇ ਹੋਏ ਨੇ। ਮੈਂ ਚਾਹੁੰਦਾ ਸਭ ਤੋਂ ਪਹਿਲਾਂ ਕੋਈ ਵਧੀਆ ਜਿਹਾ ਗੀਤ ਸੁਣਾ ਦਿਓ ਤੁਸੀਂ। ਵਾਹ ਸਰ, ਇਹ ਸੰਧਿਆ ਹੋ ਰਹੀ ਹੈ, ਮੇਰੇ ਮਨ 'ਚ ਇੱਕ ਭਜਨ ਗੂੰਜ ਰਿਹਾ ਹੈ ਸੁਰੇਸ਼ ਵਾਡਕਰ ਜੀ ਨੇ, ਬੜਾ ਮਿੱਠਾ ਗਾਇਆ ਹੋਇਆ ਸਰ। ਮੈਂ ਕੋਸ਼ਿਸ਼ ਕਰਦਾ ਲੈ ਕੇ ਜ਼ਿੰਦਗੀ ਖੂਬਸੂਰਤੀ ਨੂੰ ਮਾਣਦੇ ਚੱਲੀਏ, ਇਹੀ ਮੇਰਾ ਅਨੁਭਵ ਹੈ ਸਰ। ਬਹੁਤ ਵਧੀਆ ਗਾਉਂਦੇ ਹੋ। ਇਹ ਕਿਵੇਂ ਮਿਊਜ਼ਿਕ ਦਾ ਸ਼ੌਂਕ ਕਿਵੇਂ ਪਿਆ ਤੁਹਾਨੂੰ ਫਿਰ? ਸਰ ਮਿਊਜ਼ਿਕ ਦਾ ਸ਼ੌਕ ਜਿਵੇਂ ਸਾਡੀ ਭਾਰਤੀ ਸੰਸਕ੍ਰਿਤੀ ਵਿੱਚ ਸਾਡੇ ਪਰਿਵਾਰਾਂ ਵਿੱਚ ਭਜਨ ਕੀਰਤਨ ਦੇ ਸੰਸਕਾਰ ਹੁੰਦੇ ਹੈ, ਬੇਸਿਕਲੀ ਤਾਂ ਮੈਂ ਉੱਥੋਂ ਹੀ ਜੁੜਿਆ ਸੀਗਾ। ਹੌਲੀ ਜਦੋਂ ਮੇਰੀ ਅੱਖਾਂ ਦੀ ਰੋਸ਼ਨੀ ਜ਼ਿਆਦਾ ਕਮਜ਼ੋਰ ਹੋ ਗਈ ਤਾਂ ਫਿਰ ਮੇਰੇ ਵਾਸਤੇ ਇੱਕ ਸਬਜੈਕਟ ਵਜੋਂ ਵੀ ਮੇਰੀ ਜ਼ਿੰਦਗੀ 'ਚ ਇਹ ਵਿਸ਼ਾ ਆ ਗਿਆ। ਫਿਰ ਤਾਂ ਉਸ ਨਾਤੇ ਮੈਂ ਜਦੋਂ 6ਵੀਂ ਜਮਾਤ ਦਾ ਵਿਦਿਆਰਥੀ ਸੀਗਾ, ਉਦੋਂ ਮੈਂ ਫਾਰਮਲ ਟ੍ਰੇਨਿੰਗ ਮਿਊਜ਼ਿਕ ਦੀ ਲੈਣੀ ਸ਼ੁਰੂ ਕਰਤੀ ਸੀ, ਲਗਭਗ 10-11 ਸਾਲ ਦੀ ਉਮਰ ਵਿੱਚ। ਉਸ ਤੋਂ ਬਾਅਦ ਫਿਰ ਮੈਂ ਜਦੋਂ ਮੈਂ ਪ੍ਰੈਪ ਵਿੱਚ, ਜਦੋਂ ਉਹਨੂੰ ਪ੍ਰੈਪ ਕਹਿੰਦੇ ਸੀ, PUC ਕਲਾਸ ਹੁੰਦੀ ਸੀਗੀ, ਉਸ ਤੋਂ ਬਾਅਦ ਮੈਨੂੰ ਐਜ਼ ਸਬਜੈਕਟ ਰੱਖ ਲਿਆ ਕਾਲਜ ਵਿੱਚ। BA ਕੀਤੀ, MA ਕੀਤੀ, MPhil ਕੀਤੀ ਤੇ ਅੱਜ ਪਰਮਾਤਮਾ ਦੀ ਕਿਰਪਾ ਨਾਲ ਮੈਂ PhD ਵੀ ਕੰਪਲੀਟ ਕਰ ਚੁੱਕਾ ਹਾਂ ਸਰ। ਇਸ ਤਰ੍ਹਾਂ ਮੇਰੇ ਜੀਵਨ ਵਿੱਚ ਸੰਗੀਤ ਇੱਕ ਸਟੱਡੀ ਦਾ ਵਿਸ਼ਾ ਵੀ ਬਣ ਕੇ ਆ ਗਿਆ ਸਰ। ਸਰ ਦੀ ਵਾਈਫ ਹੀ ਸਾਡੇ ਨਾਲ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮੈਮ ਸਭ ਤੋਂ ਪਹਿਲਾਂ ਸਵਾਗਤ ਹੈ TV ਪੰਜਾਬ ਤੇ। ਨਮਸਕਾਰ ਜੀ। ਤੁਸੀਂ ਇੱਕ ਸੰਸਥਾ ਵੀ ਚਲਾਉਂਦੇ ਹੋ, ਜਿਵੇਂ ਮੈਂ ਜ਼ਿਕਰ ਕੀਤਾ, ਤੁਸੀਂ ਬੱਚਿਆਂ ਨੂੰ, ਜਿਹੜੇ ਬਲਾਈਂਡ ਬੱਚੇ ਨੇ ਉਹਨਾਂ ਨੂੰ ਐਜੂਕੇਟ ਕਰ ਰਹੇ ਹੋ। ਇਹ ਕਿਵੇਂ ਪ੍ਰੋਸੈਸ ਚੱਲਦਾ, ਤੁਸੀਂ ਇਹਦੇ ਬਾਰੇ ਥੋੜ੍ਹਾ ਜਿਹਾ ਦੱਸੋ। ਸਾਡੀ ਸੰਸਥਾ ਦਾ ਨਾਮ ਹੈ ਪੈਸਤ ਸક્ષਮ ਜੀ। ਅਸੀਂ ਸਾਡਾ ਇਹ ਵਿਸ਼ਵਾਸ ਹੈ ਕਿ ਹਰ ਬੰਦਾ ਦੁਨੀਆ 'ਚ ਸક્ષਮ ਹੈ ਕੁਛ ਨਾ, ਤੇ ਇਹ ਚੈਰੀਟੇਬਲ ਸੰਸਥਾ ਹੈ, ਚੈਰਿਟੀ ਬੇਸਡ ਚੱਲਦੀ ਹੈ। ਔਰ ਇਹ 2003 'ਚ ਸ਼ੁਰੂ ਹੋਈ ਸੀ ਦਿੱਲੀ 'ਚ ਜੀ। ਇਹਦੀ ਸਟੇਟ ਬ੍ਰਾਂਚ ਮੈਂ ਸક્ષਮ ਪੰਜਾਬ ਦੇ ਨਾਮ ਤੇ 2012 'ਚ ਜਲੰਧਰ 'ਚ ਸ਼ੁਰੂ ਕੀਤੀ ਹੈ। ਅਸੀਂ ਇੱਥੇ ਬੱਚਿਆਂ ਨੂੰ, ਕੋਈ ਵੀ ਉਹਨਾਂ ਨੂੰ ਪੜ੍ਹਨ ਦੀ ਦਿੱਕਤ ਹੈ, ਕਿਸੇ ਵੀ ਬੱਚੇ ਨੂੰ ਜਿਹੜਾ ਪ੍ਰਿੰਟ ਡਿਸੇਬਲਡ ਹੈ, ਉਹ ਵਿਜ਼ੂਅਲੀ ਇੰਪੇਅਰਡ ਵੀ ਹੋ ਸਕਦਾ ਹੈ, ਬਲਾਈਂਡ ਵੀ ਹੋ ਸਕਦਾ ਹੈ, ਲੋ ਵਿਜ਼ਨ ਵੀ ਹੋ ਸਕਦਾ ਹੈ, ਡਿਸਲੈਕਸਿਕ ਵੀ ਹੋ ਸਕਦਾ ਹੈ, ਜਾਂ ਕੁਝ ਬੱਚਿਆਂ ਨੂੰ ਕਿਤਾਬਾਂ ਪਕੜਨ ਦੀ ਦਿੱਕਤ ਹੁੰਦੀ ਹੈ, ਉਹ ਬੱਚੇ ਵੀ, ਜਾਂ ਸੀਨੀਅਰ ਸਿਟੀਜ਼ਨ, ਇਲਿਟਰੇਟ ਲੋਕ ਜਿਹੜੇ ਕਿਤਾਬ ਪ੍ਰਿੰਟ ਨਹੀਂ ਪੜ੍ਹ ਸਕਦੇ, ਉਹਨਾਂ ਲਈ ਅਸੀਂ ਐਕਸੈਸਿਬਲ ਬੁੱਕਸ ਬਣਾਉਂਦੇ ਹਾਂ। ਅੱਛਾ, ਇੱਕ ਬੱਚਾ ਮੈਂ ਸਰ ਹੁਣਾਂ ਤੋਂ ਜਾਣਨਾ ਚਾਹੁੰਦਾ, ਇੱਕ ਬੱਚਾ ਜਿਹੜਾ IAS ਬਣਿਆ, ਉਹ ਤੁਹਾਡੇ ਕੋਲੋਂ ਹੀ ਇੱਥੇ ਕੋਚਿੰਗ ਲੈਂਦਾ ਰਹਿੰਦਾ ਸੀ? ਹਾਂ ਸਰ, ਰੂਪੇਸ਼ ਨਾਮ ਦਾ ਇੱਕ ਬੱਚਾ ਹੈ ਅੰਮ੍ਰਿਤਸਰ ਤੋਂ ਜੀ। ਉਹਨੇ ਇਸ ਸੰਸਥਾ ਨਾਲ ਹੀ ਜੁੜ ਕੇ ਇੱਥੋਂ ਆਪਣੀਆਂ ਸਾਰੀਆਂ ਬੁੱਕਸ, ਜਿਹੜੀ ਕੰਪੀਟੀਟਿਵ ਐਗਜ਼ਾਮ ਵਾਸਤੇ ਉਹਨੂੰ ਬੁੱਕਸ ਚਾਹੀਦੀਆਂ ਸੀਗੀਆਂ, ਉਹ ਰਿਕਾਰਡ ਕਰਵਾਈਆਂ। ਮਨਪ੍ਰੀਤ ਸਰ, ਅਸੀਂ ਇੱਥੇ ਜਿਹੜੀਆਂ ਬੁੱਕਸ ਪ੍ਰੋਡਿਊਸ ਕਰਦੇ ਹਾਂ ਉਹ ਟਾਕਿੰਗ ਫਾਰਮ ਵਿੱਚ, ਆਡੀਓ ਫਾਰਮ, ਯਾਨੀ ਤੁਸੀਂ ਦੇਖ ਕੇ ਪੜ੍ਹਦੇ ਹੋ, ਪ੍ਰਿੰਟ ਬੁੱਕ ਪੜ੍ਹਦੇ ਹੋ, ਅਸੀਂ ਸੁਣ ਕੇ ਬੁੱਕਸ ਪੜ੍ਹਦੇ ਹਾਂ। ਤੇ ਹੁਣ ਉਹ ਸੁਣਨ ਵਾਲੀਆਂ ਕਿਤਾਬਾਂ ਵਿੱਚ ਹੁਣ ਇਹ ਨਵੀਂ ਚੀਜ਼ ਸ਼ਾਮਿਲ ਹੋ ਗਈ ਕਿ ਉਹਦੇ ਸਪੈਲਿੰਗਸ ਵੀ ਸ਼ਾਮਿਲ ਹੋ ਗਏ, EPUB ਦਾ ਕਨਸੈਪਟ ਆ ਗਿਆ। ਉਹ ਰੂਪੇਸ਼ ਨਾਮ ਦਾ ਵਿਦਿਆਰਥੀ ਹੈ ਜਿਹਨੇ ਇੱਥੋਂ ਕਿਤਾਬਾਂ ਲੈ ਕੇ ਪੜ੍ਹਾਈ ਕਰਕੇ ਅੱਜ ਉਹਨੇ IAS ਕੁਆਲੀਫਾਈ ਕਰ ਲਿਆ, ਉਹ ਟ੍ਰੇਨਿੰਗ ਤੇ ਗਿਆ ਹੋਇਆ ਇਸ ਵੇਲੇ। ਇਹ ਇੱਕ ਟੈਕਨੀਕ ਹੈ ਕਿ ਜਿਹੜੀ ਐਡਵਾਂਸ ਟੈਕਨੋਲੋਜੀ ਹੋ ਗਈ ਹੈ, ਇਹ ਉਹਦਾ ਜਰੀਆ ਕਿ ਜਾਂ ਇੱਕ ਰੱਬ ਵੱਲੋਂ ਬਖਸ਼ਿਸ਼ ਹੈ? ਨਹੀਂ, ਇਹ ਇੱਕ ਟੈਕਨੀਕ ਹੈ। ਟੈਕਨੋਲੋਜੀ ਦੇ ਨਾਲ ਇੱਕ ਕੰਪਿਊਟਰ ਦੇ ਵਿੱਚ ਇੱਕ ਸੌਫਟਵੇਅਰ ਪਾਇਆ ਜਾਂਦਾ ਹੈ, ਉਹਨੂੰ ਅਸੀਂ ਸਕਰੀਨ ਰੀਡਿੰਗ ਸੌਫਟਵੇਅਰ ਕਹਿੰਦੇ ਆ। ਸਾਡੇ ਲਈ ਉਹ NVDA ਹੈ, ਉਹ ਫ੍ਰੀ ਆਫ ਕਾਸਟ ਹੈ। ਉਹ ਸਾਰੀ ਇੰਡੀਅਨ ਲੈਂਗੁਏਜਸ, ਇੰਗਲਿਸ਼, ਹਰ ਤਰ੍ਹਾਂ ਦੀ ਲੈਂਗੁਏਜ 'ਚ ਉਹਨੂੰ ਇੰਸਟਾਲ ਕਰ ਸਕਦੇ ਹਾਂ, ਔਰ ਜੋ ਵੀ ਸਕਰੀਨ 'ਤੇ ਆਏਗਾ ਉਹ ਬੋਲ ਕੇ ਦੱਸੇਗਾ। ਉਹਦੇ ਨਾਲ ਅਸੀਂ ਮਾਈਕਰੋਸਾਫਟ ਵਰਡ, MS ਆਫਿਸ, ਇੰਟਰਨੈਟ ਬਰਾਊਜ਼ ਕਰਨਾ ਹੈ, ਗੂਗਲ ਸਰਚਿੰਗ ਕਰਨੀ ਹੈ, YouTube 'ਤੇ ਜਾਣਾ ਹੈ, ਜਾਂ ਫਿਰ ਅਸੀਂ ਮੇਲ ਚੈੱਕ ਕਰਨੀ ਹੈ, ਤੇ ਆਰਾਮ ਨਾਲ ਅਸੀਂ ਸਭ ਕਿਤਾਬਾਂ ਸੁਣਨੀ ਹੈ, ਕਿਤਾਬਾਂ ਡਾਊਨਲੋਡ ਕਰਨੀ ਹੈ,
ਸੁਗਮਿਆ ਪੁਸਤਕਾਲਿਆ ਇੱਕ ਪਲੇਟਫਾਰਮ ਹੈ ਜਿਹੜਾ ਅਸੀਂ ਇੰਡੀਆ 'ਚ ਬਣਾਇਆ ਹੈ, ਜਿੱਥੇ ਸਾਰੀਆਂ ਆਰਗੇਨਾਈਜੇਸ਼ਨਸ ਆਪਣੀਆਂ ਟਾਕਿੰਗ ਬੁੱਕਸ ਪਾਉਂਦੀਆਂ ਹੈ ਤੇ ਉੱਥੇ ਬੱਚੇ ਫ੍ਰੀ ਆਫ ਕਾਸਟ ਸਾਰਾ ਡਾਊਨਲੋਡ ਕਰਦੇ ਹੈ ਕਿਤਾਬ। ਸਰ ਦਰਸ਼ਕਾਂ ਦੀ ਜਾਣਕਾਰੀ ਹੀ ਤੇ ਦੱਸਣਾ ਚਾਹੁੰਦੇ ਹਾਂ ਕਿ ਜਿਹੜੀ ਚੀਜ਼ ਤੁਸੀਂ ਦੇਖ ਕੇ ਪੜ੍ਹਦੇ ਹੋ ਉਹੀ ਚੀਜ਼ ਆਡੀਓ ਫਾਰਮ 'ਚ ਸਾਨੂੰ ਮਿਲ ਰਹੀ ਹੈ, ਸੁਣ ਕੇ ਅਸੀਂ ਉਹਦਾ ਲਾਭ ਲੈ ਰਹੇ ਹਾਂ ਜੀ। ਅੱਛਾ, ਹੁਣ ਤਾਂ ਟੈਕਨੋਲੋਜੀ ਵੱਧ ਗਈ, ਜਦੋਂ ਤੁਸੀਂ ਥੋੜੇ ਛੋਟੇ ਹੋਵੋਗੇ ਉਦੋਂ ਇਹ ਟੈਕਨੋਲੋਜੀ ਨਹੀਂ ਸੀ ਆਈ, ਫਿਰ ਤੁਸੀਂ ਵੀ ਇੱਕ ਵਧੀਆ ਐਜੂਕੇਟਡ, ਤੁਸੀਂ PhD ਕੰਪਲੀਟ ਕਰ ਲਈ, ਹੁਣ ਤੁਸੀਂ ਪ੍ਰੋਫੈਸਰ ਲੱਗੇ ਹੋ, ਇਹ ਉਸ ਸਮੇਂ ਕਿਵੇਂ ਫਿਰ ਕਈ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੋਵੇਗਾ, ਉਸ ਸਮੇਂ ਕਿਵੇਂ ਪੋਸੀਬਲ ਸੀ ਇੰਨੀ ਐਜੂਕੇਸ਼ਨ? ਬਿਲਕੁਲ ਸਰ, ਬੜਾ ਤੁਹਾਡਾ ਢੁਕਵਾਂ ਪ੍ਰਸ਼ਨ ਹੈ। ਉਦੋਂ ਸਾਡੇ ਕੋਲ ਕੇਵਲ ਬ੍ਰੇਲ ਹੀ ਸਾਧਨ ਸੀਗਾ ਸਰ। ਬ੍ਰੇਲ ਵਾਲੇ ਬਹੁਤ ਸਾਰੇ ਦਰਸ਼ਕ ਜਾਣਦੇ ਹੋਣਗੇ, ਜੇ ਨਹੀਂ ਜਾਣਦੇ ਤਾਂ ਉਹ ਇੱਕ ਐਸਾ ਸਿਸਟਮ ਹੈ ਜਿਹਨੇ ਪੰਚ ਕਰਕੇ ਪੇਪਰ ਦੇ ਉੱਪਰ ਪਿੰਨ ਨਾਲ ਪੰਚ ਕਰਕੇ ਅਕਸ਼ਰ ਕ੍ਰੀਏਟ ਕੀਤੇ ਜਾਂਦੇ ਆ। ਡਾਟ ਨੰਬਰ 1A, ਡਾਟ ਨੰਬਰ 12B, 14C, ਇੱਦਾਂ ਉਹ ਸਾਨੂੰ ਹੱਥ ਟੱਚ ਕਰਕੇ ਸਾਨੂੰ ਪਤਾ ਲੱਗਦਾ ਵੀ ABC ਲਿਖਿਆ ਹੈ, ਕਿਹੜਾ ਵਰਡ ਲਿਖਿਆ ਹੈ, ਹੌਲੀ ਹੌਲੀ ਉਹਦਾ ਅਭਿਆਸ ਹੋ ਜਾਂਦਾ ਹੈ। ਔਰ ਉਹਦੀ ਬ੍ਰੇਲ ਪ੍ਰੈਸ ਵੀ ਸਾਡੇ ਇੰਡੀਆ 'ਚ ਹੈਗੀਆਂ ਬਹੁਤ ਜ਼ਿਆਦਾ, ਬ੍ਰੇਲ ਦੀਆਂ ਬੁੱਕਸ ਛਪਦੀਆਂ ਰਹੀਆਂ, ਪਰ ਉਹ ਬਹੁਤ ਡਿਫਿਕਲਟ ਸਾਧਨ ਇੱਕ ਤਰ੍ਹਾਂ ਸਿੱਧ ਹੁੰਦਾ ਹੈ, ਕਿਉਂਕਿ ਮੰਨ ਲਓ ਇੰਕ ਪ੍ਰਿੰਟ ਦੀ ਬੁੱਕ ਤੁਸੀਂ ਬ੍ਰੇਲ 'ਚ ਬਣਾਉਣੀ ਹੈ ਤਾਂ ਬਹੁਤ ਸਾਰਾ ਬਲਕ ਵਿੱਚ ਪੇਜ ਲਗਾਉਣਾ ਪੈਂਦਾ, ਬਹੁਤ ਭਾਰੀਆਂ ਕਿਤਾਬਾਂ ਬਣ ਜਾਂਦੀਆਂ, ਫਿਰ ਉਹਦੀ ਸਾਂਭ ਸੰਭਾਲ ਕਰਨੀ ਔਖੀ, ਮਿਟ ਜਾਂਦੇ ਅਕਸ਼ਰ। ਪਰ ਅੱਜ ਉਦੋਂ ਸਾਡੇ ਕੋਲ ਕੈਸਟ ਦਾ ਸਾਧਨ ਸੀਗਾ, ਕੈਸਟ ਤੇ 20 ਪੇਜ ਆਣਗੇ, ਵੱਧ ਤੋਂ ਵੱਧ ਕੈਸਟ ਵਿੱਚ ਆ ਸਕਦੇ ਆ ਜੀ, ਪਰ ਅੱਜ ਤਾਂ 500 ਪੇਜ ਦੀ ਕਿਤਾਬ ਇੱਕ CD ਤੇ ਤਿਆਰ ਹੋ ਜਾਂਦੀ ਹੈ। ਬਹੁਤ ਸਾਰੇ ਲੋਕਾਂ ਨੂੰ ਇਹ ਵੀ ਵਹਿਮ ਹੁੰਦਾ ਸ਼ਾਇਦ ਵੀ ਇਹ ਬੱਚਾ ਬਲਾਈਂਡ ਆ, ਇਹ ਆਮ ਨੋਰਮਲ ਬੱਚੇ ਵਾਂਗ ਨਹੀਂ ਚੱਲ ਸਕਦਾ। ਤੁਸੀਂ ਜਿਹੜੀਆਂ ਗੱਲਾਂ ਤੁਸੀਂ ਮੈਨੂੰ ਦੱਸੀਆਂ ਜਾਂ ਜੋ ਰਿਜ਼ਲਟ ਅਸੀਂ ਦੇਖੇ ਆ, ਮੈਂ ਇਹਨਾਂ ਚੀਜ਼ਾਂ ਨੂੰ ਲੱਗਦਾ ਵੀ ਇਹ ਚੀਜ਼ਾਂ ਕਿਤੇ ਦੂਰ ਰਹਿ ਗਈਆਂ ਨੇ ਅੱਜ ਦੀ ਟੈਕਨੋਲੋਜੀ ਦੇ ਸਮੇਂ ਦੇ ਵਿੱਚ। ਤੁਹਾਨੂੰ ਲੱਗਦਾ ਹੈ ਕਿ ਹੁਣ ਜਿਹੜਾ ਇੱਕ ਬਲਾਈਂਡ ਬੱਚਾ ਉਹ ਇੱਕ ਨੋਰਮਲ ਬੱਚੇ ਤੋਂ ਵੀ ਅੱਗੇ ਵੱਧ ਰਿਹਾ? ਬਿਲਕੁਲ, ਅੱਗੇ ਤਾਂ ਚਲੋ ਨਹੀਂ ਵੱਧ ਰਿਹਾ ਜਾਂ ਜੋ ਮਰਜ਼ੀ ਕਹਿ ਲਈਏ, ਉਹ ਜ਼ਰੂਰ ਉਹਦੇ ਨਾਲ ਸਾਈਟਡ ਵਰਲਡ ਦੇ ਨਾਲ ਸਾਈਟਡ ਜਿਹੜੀ ਦੂਸਰੀ ਸੋਸਾਇਟੀ ਹੈ, ਮੇਨ ਸਟਰੀਮ ਹੈ, ਉਹਦੇ ਵਿੱਚ ਆਰਾਮ ਨਾਲ ਚੱਲ ਫਿਰ ਸਕਦਾ ਹੈ, ਕਿਉਂਕਿ ਉਹ ਪੜ੍ਹਾਈ ਦੇ ਲਿਖਣ ਦੇ ਅੱਜ ਬਹੁਤ ਸਾਧਨ ਹੈ। ਅੱਗੇ ਪਹਿਲੇ ਤਾਂ ਜੌਬ ਅਪਰਚੁਨਿਟੀਜ਼ ਨਹੀਂ ਹੁੰਦੀਆਂ, ਅੱਜ ਤੱਕ ਕੰਪਨੀਜ਼ ਕਹਿੰਦੀਆਂ ਕਿ ਤੁਸੀਂ ਸਾਨੂੰ ਬੱਚੇ ਤਿਆਰ ਕਰਕੇ ਦਿਓ, ਅਸੀਂ ਉਹਨਾਂ ਨੂੰ ਜੌਬ ਅਪਰਚੁਨਿਟੀ ਦਾਂਗੇ। ਤੇ ਹੁਣ ਦਾ ਸਮਾਂ ਇਹੋ ਜਿਹਾ ਕਿ ਜੇ ਬੱਚੇ ਥੋੜੀ ਵੀ ਹਿੰਮਤ ਕਰਦਾ ਹੈ ਜਾਂ ਫੈਮਿਲੀ ਉਹਦੀ ਥੋੜੀ ਵੀ ਐਫਰਟ ਕਰਦੀ ਹੈ, ਇਨੀਸ਼ੀਏਟਿਵ ਲੈਂਦੀ ਹੈ, ਤੇ ਅੱਜ ਉਹਨੂੰ ਕੋਈ ਪੜ੍ਹਾਈ ਦੀ ਦਿੱਕਤ ਨਹੀਂ, ਅੱਜ ਬਹੁਤ ਸਾਧਨ ਹੈ ਪੜ੍ਹਾਈ ਦੇ। ਤੇ ਇਸ ਲਈ ਬੱਚਿਆਂ ਨੂੰ ਮੈਨੂੰ ਲੱਗਦਾ ਕਿ ਫੈਮਲੀਜ਼, ਕੋਈ ਵੀ ਫੈਮਿਲੀ 'ਚ ਅਗਰ ਬੱਚਾ ਹੋਏ ਤੇ ਉਹਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਅੱਜ ਦੀ ਡੇਟ 'ਚ। ਮਨਪ੍ਰੀਤ ਜੀ ਦੇਖੋ, ਵੈਸੇ ਵੀ ਆਪਾਂ ਆਮ ਜ਼ਿੰਦਗੀ ਦੇਖੀਏ, ਜਿਹੜਾ ਵਿਦਿਆ ਦਾ ਨੂਰ ਹੈ ਉਹ ਸਾਰਿਆਂ ਵਾਸਤੇ ਲੋੜੀਂਦਾ ਹੈ। ਆਮ ਜਿਹਦੇ ਬੱਚੇ ਦੀ ਅੱਖਾਂ ਦੀ ਪ੍ਰੋਬਲਮ ਨਹੀਂ ਹੈ, ਉਹ ਫੁੱਲੀ ਬਿਲਕੁਲ ਫਿੱਟ ਹੈ, ਪਰ ਜੋ ਬੱਚਾ ਪੜ੍ਹਿਆ ਲਿਖਿਆ ਨਹੀਂ, ਗੁਣਵਾਨ ਨਹੀਂ ਹੈ, ਤਾਂ ਉਹ ਕਿਸ ਤਰ੍ਹਾਂ ਸਮਾਜ 'ਚ ਖੜਾ ਹੋਏਗਾ? ਇਸ ਤਰ੍ਹਾਂ ਹੀ ਜਿਹੜੇ ਬੱਚੇ ਕਿਸੇ ਪੱਖ ਤੋਂ ਵੀ ਹੈਂਡੀਕੈਪਡ ਹੈ, ਉਹਨਾਂ ਨੂੰ ਅੱਜ UGC ਵਰਗੀ ਸੰਸਥਾਵਾਂ ਨੇ ਟਰਮ ਪਤਾ ਕੀ ਦਿੱਤੀ ਹੈ ਸਰ? ਡਿਫਰੈਂਟਲੀ ਏਬਲਡ। ਇਹ ਅਲੱਗ ਤੌਰ ਤੇ ਸਯੋਗ ਵਿਅਕਤੀ ਹੈ, ਇਹਨਾਂ ਨੂੰ ਡਿਸੇਬਲਡ ਨਾ ਕਹੋ, ਕਹਿੰਦੇ ਇਹਦੇ ਨਾਲ ਚੰਗੀ, ਜਿੱਦਾਂ ਹੁਣ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਗੱਲ ਕਹੀ ਹੈ, ਉਹ ਕਹਿੰਦੇ ਦਿਵਿਆਂਗ ਕਹੋ ਇਹਨਾਂ ਨੂੰ ਕੁਝ ਦਿਵਯ ਅੰਗ ਪ੍ਰਾਪਤ ਹੈ, ਨਾਲ ਇਹਨੂੰ ਕੋਈ ਨਾ ਕੋਈ ਇਹਦੇ ਦੀ ਸੈਂਸ ਐਸੀ ਡਿਵੈਲਪ ਹੈ ਜਿਹੜੇ ਨੂੰ ਕੰਪਨਸੇਟ ਕਰਦੀ ਹੈ। ਜੀ ਬਿਲਕੁਲ। ਮੈਂ ਇੱਥੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਜੋ ਪਿਛਲੇ ਦਿਨੀ ਅਸੀਂ ਇੱਕ ਇੰਟਰਵਿਊ ਕੀਤੀ ਸੀ ਬਲਾਈਂਡ ਬੱਚੇ ਧਰੁਵ ਦੀ, ਉਹ ਬੱਚਾ ਵੀ ਇਹਨਾਂ ਦੁਆਰਾ ਹੀ ਟ੍ਰੇਨਡ ਕੀਤਾ ਗਿਆ ਜਿਸਨੇ 98.2% ਲੈ ਕੇ ਸ਼ਹਿਰ ਦੇ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ ਸੀ। ਉਸ ਬੱਚੇ ਬਾਰੇ ਥੋੜਾ ਜਾਣਨਾ ਚਾਹੁੰਦੇ ਹਾਂ, ਤੁਹਾਡੇ ਤੋਂ ਟ੍ਰੇਨਿੰਗ ਲੈ ਕੇ ਗਿਆ, ਉਹਨਾਂ ਦਾ ਅਸੀਂ ਜੋ ਹੁਨਰ ਆ ਉਹ ਤਾਂ ਅਸੀਂ ਦੇਖ ਹੀ ਲਿਆ, ਬੱਚਾ, ਉਹਨਾਂ ਦੇ ਪੇਰੈਂਟਸ ਵੀ ਕਹਿੰਦੇ ਇਹ ਬੱਚਾ ਨਹੀਂ ਰੋਬੋਟ ਆ। ਜਦੋਂ ਤੁਹਾਡੇ ਕੋਲ ਆਇਆ ਸੀ ਉਹ ਬੱਚਾ, ਉਦੋਂ ਕਿਵੇਂ ਸੀ? ਜੀ ਸਰ, ਮੈਂ ਇਹ ਦੱਸਣਾ ਚਾਹਾਂਗਾ ਤੁਹਾਨੂੰ ਕਿ ਉਹ ਧਰੁਵ ਇੱਕ ਉਹਨਾਂ ਮਾਂ-ਬਾਪ ਵਾਸਤੇ ਸਭ ਤੋਂ ਵੱਡੀ ਐਗਜ਼ਾਮਪਲ ਹੈ ਜਿਹਨਾਂ ਦੇ ਘਰ 'ਚ ਕੋਈ ਬੱਚਾ ਇਸ ਤਰ੍ਹਾਂ ਦਾ ਡਿਸੇਬਲਡ ਜਾਂ ਹੈਂਡੀਕੈਪਡ ਪੈਦਾ ਹੋ ਜਾਂਦਾ। ਉਹਦੇ ਮਾਤਾ ਪਿਤਾ ਵੀ ਬਹੁਤ ਫਿਕਰਮੰਦ ਸੀਗੇ ਜਦੋਂ ਉਹਨੂੰ ਅਸੀਂ ਸਪੈਸ਼ਲ ਸਕੂਲ 'ਚੋਂ ਬਾਹਰ ਕੱਢਿਆ, ਨਾਰਮਲ ਸਕੂਲ ਲਿਜਾਣ ਦੀ ਗੱਲ ਕੀਤੀ। ਦੇਖੋ, ਇੱਕ ਤਾਂ ਚੈਲੰਜ ਇਹ ਸੀਗਾ ਕਿ ਸਾਨੂੰ ਨਾਰਮਲ ਸਕੂਲ ਵਾਲੇ ਅਡਾਪਟ ਕਰਨ, ਦੂਜਾ ਚੈਲੰਜ ਇਹ ਸੀ ਉਹਦੇ ਮਾਤਾ ਪਿਤਾ ਨੂੰ ਕਨਵਿੰਸ ਕਰਨਾ, ਉਹ ਹੀ ਤਿਆਰ ਨਹੀਂ ਸੀਗੇ। ਪਰ ਜਦੋਂ ਅਸੀਂ ਉਹਨਾਂ ਦਾ ਮਨ ਬਣਾਇਆ, ਤੁਸੀਂ ਇਸ ਬੱਚੇ ਨੂੰ ਉਡਾਨ ਤਾਂ ਭਰਨ ਦਿਓ, ਮੌਕਾ ਤਾਂ ਦਿਓ, ਉਹਦੇ ਮਾਤਾ ਪਿਤਾ ਨੂੰ ਮਨਾਇਆ, ਉਧਰ ਪ੍ਰਿੰਸੀਪਲ ਸਾਹਿਬ ਨੂੰ ਮਨਾਇਆ, ਤਾਂ ਜਦੋਂ ਉਸ ਬੱਚੇ ਨੇ ਆਪਣਾ ਟੈਲੈਂਟ ਦਿਖਾਇਆ ਤਾਂ ਸੁਸਾਇਟੀ ਉਹਦੇ ਨਾਲ ਹੋ ਗਈ ਤੇ ਅੱਜ ਉਹਨੇ ਪ੍ਰੂਵ ਕਰਤਾ। ਜਦੋਂ ਉਹਦਾ ਰਿਜ਼ਲਟ ਆਇਆ, ਜਿਸ ਦਿਨ ਉਹਦੇ ਫਾਦਰ ਦਾ ਫੋਨ ਆਇਆ ਮੈਨੂੰ, ਕਿ ਮੈਨੂੰ ਉਹ ਇੱਦਾਂ ਯਾਦ ਆ ਰਿਹਾ ਕਿ ਜਦੋਂ ਅਸੀਂ ਤੁਹਾਡੇ ਨਾਲ ਝਗੜਾ ਕਰਕੇ ਗਏ ਸੀ ਕਿ ਸਾਨੂੰ ਨਹੀਂ ਇਹ ਗੱਲ ਠੀਕ ਲੱਗ ਰਹੀ ਕਿ ਅਸੀਂ ਇਹਨੂੰ ਨਾਰਮਲ ਸਕੂਲ 'ਚ ਭੇਜੀਏ। ਅੱਛਾ, ਕਿੰਨੀ ਕੁ ਖੁਸ਼ੀ ਮਹਿਸੂਸ ਹੁੰਦੀ ਜਦੋਂ ਬੱਚਾ ਤੁਹਾਡੇ ਦੁਆਰਾ ਟ੍ਰੇਨ ਕੀਤਾ, ਨਵੀਆਂ ਅੱਗੇ ਲਾਂਘਾ ਪੱਟਦਾ ਹੈ, ਜਿਵੇਂ ਇਸ ਬੱਚੇ ਨੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ, ਵੀ ਨਾਲ ਹੀ ਨਾਮ ਰੋਸ਼ਨ ਹੋਇਆ, ਜਿਵੇਂ ਇੱਕ ਬੱਚਾ IAS ਬਣ ਗਿਆ, ਕਿੰਨੀ ਕੁ ਖੁਸ਼ੀ ਮਹਿਸੂਸ ਹੁੰਦੀ? ਫਿਰ ਭਾਈ ਸਾਹਿਬ, ਖੁਸ਼ੀ ਤਾਂ ਬਹੁਤ ਹੁੰਦੀ ਹੈ, ਔਰ ਇਹ ਵੀ ਲੱਗਦਾ ਹੈ ਕਿ ਇਹ ਬੱਚੇ ਜੇ ਹੋ ਗਏ ਤਾਂ ਹੋਰ ਵੀ ਬਹੁਤ ਧਰੁਵ ਬੈਠੇ ਹੈ, ਹੋਰ ਵੀ ਰੁਪੇਸ਼ ਬਹੁਤ ਬੈਠੇ ਹੈ, ਜਿਨ੍ਹਾਂ ਨੂੰ ਅਪਰਚੁਨਿਟੀਜ਼ ਮਿਲਣ, सोसाइटी सानू सपोर्ट करे, असी होर ਇਹੋ ਜਿਹੇ ਧਰੁਵ ਕੱਢ ਕੇ ਬਣਾਈਏ
ਤਾਂ ਕਿ ਉਹ ਵੀ ਅੱਗੇ ਇਹੋ ਜਿਹਾ ਉਡਾਣਾ ਪਵੇ। ਮਨਪ੍ਰੀਤ ਜੀ, ਤੁਹਾਡੇ ਪ੍ਰਸ਼ਨ ਦਾ ਮੈਂ ਜਵਾਬ ਦੇਣਾ ਚਾਹਾਂਗਾ। ਮੇਰੇ 1-2 ਦਿਨ ਪਹਿਲਾਂ ਮੇਰੇ ਕੁਲੀਗਸ ਦੇ ਉੱਥੇ ਨਾ ਰਿਜ਼ਲਟ ਸ਼ੋ ਹੋ ਰਹੇ ਸੀ ਬੱਚਿਆਂ ਦੇ ਕਿ ਉਹਨਾਂ ਨੇ ਮੈਟ੍ਰਿਕ 'ਚ ਨੰਬਰ ਲਏ ਹੈ, +2 'ਚ ਨੰਬਰ ਲਏ ਹੈ। ਤਾਂ ਮੇਰੀ ਬੱਚੀ ਤਾਂ ਬੜੀ ਛੋਟੀ ਹੈ ਅਜੇ, ਤਾਂ ਉਹ ਅਜੇ 3rd ਵਿੱਚ ਪੜ੍ਹ ਰਹੀ ਹੈ। ਤਾਂ ਜਦੋਂ ਧਰੁਵ ਦਾ ਰਿਜ਼ਲਟ ਆਇਆ ਤਾਂ ਵਿਸ਼ਵਾਸ ਕਰਨਾ ਮੇਰੇ ਮਨ ਲੱਗੇ ਕਿ ਮੇਰਾ ਆਪਣਾ ਪੁੱਤਰ ਅੱਜ ਇਹਨੇ +2 'ਚ ਇਹਨੇ ਵੀ ਰਿਕਾਰਡ ਤੋੜਤਾ। ਤੇ ਮੈਂ ਆਪਣੇ ਫਿਰ ਸਾਰੇ ਸਟਾਫ ਨਾਲ ਸ਼ੇਅਰ ਕੀਤਾ ਕਿ ਸਾਡਾ ਇਹ ਬੱਚਾ ਇਹਨੇ ਇੱਦਾਂ ਮੱਲ ਮਾਰੀ ਹੈ। ਦੇਖਿਆ ਜਾਵੇ ਤਾਂ ਸਰ ਅਸੀਂ ਤਾਂ ਜਦੋਂ ਟੀਚਰ ਦਾ ਦੇਖਦੇ ਹਾਂ ਰੱਬ ਕਰਕੇ ਅਸੀਂ ਵੀ ਟੀਚਰ ਦੇ ਪੂਰੇ ਮਿਆਰਾਂ ਤੇ ਉਤਰ ਸਕੀਏ। ਟੀਚਰ ਤਾਂ ਮਾਂ-ਬਾਪ ਦੀ ਜਗ੍ਹਾ ਤੇ ਹੀ ਹੁੰਦਾ ਹੈ। ਸਾਨੂੰ ਰੀਅਲੀ ਇੱਦਾਂ ਲੱਗਿਆ ਕਿ ਸਾਡਾ ਆਪਣਾ ਬੱਚਾ, ਜਿਵੇਂ ਮਾਂ-ਬਾਪ ਨੂੰ ਖੁਸ਼ੀ ਹੋਈ ਸਾਨੂੰ ਵੀ ਉੱਦਾਂ ਹੀ ਖੁਸ਼ੀ ਲੱਗੀ ਕਿ ਸਾਡੀ ਜਿਹੜੀ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਸੀ ਅੱਜ ਤੋਂ 5-7 ਸਾਲ ਪਹਿਲਾਂ, ਉਹ ਅੱਜ ਸਰ ਹੁੰਦੀ ਨਜ਼ਰ ਆਉਂਦੀ ਹੈ। ਤੇ ਮੇਰਾ ਇਹ ਸੰਧਿਆ ਵੇਲਾ ਸਰ ਮੈਂ ਅਰਦਾਸ ਕਰਦਾ ਕਿ ਮੇਰੇ ਬੋਲ ਪੂਰੇ ਕਰ ਦੇਣ ਗੁਰੂ ਮਹਾਰਾਜ। ਮੈਂ ਕਿਹਾ ਸੀ ਇੱਕ ਦਿਨ ਆਊਗਾ ਧਰੁਵ CEO ਬਣੂਗਾ ਕਿਸੇ ਕੰਪਨੀ ਦਾ, ਉਹ ਸੌਫਟਵੇਅਰ ਇੰਜੀਨੀਅਰ ਬਣਨ ਦੀ ਇੱਛਾ ਰੱਖਦਾ ਸਰ ਜੀ। ਬਿਲਕੁਲ। ਤੇ ਤੁਸੀਂ ਫਿਰ ਉਹਦੀ ਇੰਟਰਵਿਊ ਕਰਿਓ ਉਦੋਂ ਵੇਲੇ ਜਦੋਂ ਬੱਚਾ ਉਸ ਮੁਕਾਮ ਤੇ ਪਹੁੰਚ ਜਾਵੇ ਜੀ। ਅੱਛਾ, ਮੈਂ ਨੋਰਮਲ ਜ਼ਿੰਦਗੀ ਦੀ ਇੱਕ ਗੱਲ ਕਰਨੀ ਚਾਹੁੰਦਾ। ਜ਼ਿੰਦਗੀ ਕਿਵੇਂ ਜੀ ਰਹੇ ਹੋ ਫਿਰ ਤੁਸੀਂ ਦੱਸਿਆ ਕਿ ਅਸੀਂ ਫਿਲਮਾਂ ਵੀ ਦੇਖਣ ਜਾਂਦੇ ਹਾਂ, ਇੱਕ ਨੋਰਮਲ ਵਿਅਕਤੀ ਦੀ ਤਰ੍ਹਾਂ ਤੁਸੀਂ ਵੀ ਜ਼ਿੰਦਗੀ ਜਿਉ ਰਹੇ ਹੋ। ਬਹੁਤ ਸਾਰੇ ਲੋਕ ਕਹਿੰਦੇ ਨੇ ਜਦੋਂ ਬੱਚਾ ਬਲਾਈਂਡ ਹੁੰਦਾ ਤਾਂ ਉਹ ਮਾਂ-ਬਾਪ ਲਈ ਬੋਝ ਬਣ ਜਾਂਦਾ ਹੈ, ਪਰ ਜਿਹੜੇ ਤੁਸੀਂ ਰਿਜ਼ਲਟ ਦੱਸਿਆ ਇੱਥੋਂ ਦੇਖ ਕੇ ਲੱਗਦਾ ਕਿ ਬਲਾਈਂਡ ਬੱਚਾ ਵੀ ਇੱਕ ਨੋਰਮਲ ਬੱਚੇ ਦੀ ਜ਼ਿੰਦਗੀ ਜਿਉ ਰਿਹਾ, ਬਲਕਿ ਉਸ ਤੋਂ ਕਿਤੇ ਨਾ ਕਿਤੇ ਅੱਗੇ ਹੀ ਲੱਗ ਰਿਹਾ। ਤੁਹਾਡੀ ਇੱਕ ਨੋਰਮਲ ਜ਼ਿੰਦਗੀ ਰੋਜ਼ਾਨਾ ਦੀ ਕਿਵੇਂ ਰਹਿੰਦੀ ਹੈ ਫਿਰ? ਜੀ ਦੀਪਿਕਾ ਜੀ, ਸਾਡੀ ਰੋਜ਼ਾਨਾ ਜ਼ਿੰਦਗੀ ਬਹੁਤ ਅੱਛੀ ਰਹਿੰਦੀ ਹੈ। ਅਸੀਂ ਮੈਂ ਕਿਚਨ 'ਚ ਵੀ ਕੰਮ ਕਰੀਦਾ, ਮੈਂ ਬਾਹਰ ਆਪਣਾ ਆਫਿਸ ਵੀ ਸਾਰਾ ਸਕਸ਼ਮ ਵੀ ਮੈਨੇਜ ਕਰ ਰਹੀ ਹਾਂ। ਜਦੋਂ ਮੈਂ ਸ਼ਾਪਿੰਗ ਕਰਨੇ ਅਗਰ ਰਾਸ਼ਨ ਲੈ ਕੇ ਆਉਣਾ ਹੈ, ਉਹ ਵੀ ਮੈਂ ਘਰ ਦੇ ਕੰਮ ਜਿੰਨੇ ਵੀ ਬਾਹਰ ਦੇ ਉਹ ਜ਼ਿਆਦਾਤਰ 95% ਕੰਮ ਮੇਰੇ ਹੈ। अगर मेरे मदर नहीं है किचन अगर चाह बनानी है शाम ਨੂੰ, अगर मेरे को वैसे पार्ट टाइम वर्कर्स है हेल्पर्स है, लेकिन अगर शाम ਨੂੰ चाह बनानी है अगर नहीं है तो मैं अपने आप चाह बना लेनी है। अगर कोई शाम ਨੂੰ अगर हेल्पर नहीं भी है तो अगर कुछ बनाना है खाने ਲਈ तो मैं बना लेना है। रादर एक बार मैंने चैलेंज होया कि तू हलवा बना सकती है, मैं क्या हाँ, तो मैं बना के दिखाता। ਚੈਲੰਜ ਕਿੰਨਾ ਕੀਤਾ ਸੀ ਤੁਹਾਨੂੰ ਇਹ? मेरे हस्बैंड ने ਕੀਤਾ ਸੀ ਕਿ ਤੂੰ ਹਲਵਾ, ਮੈਂ ਕਿਹਾ ਮੈਂ ਬਣਾ ਸਕਦੀ ਹਾਂ ਕਿਉਂ, ਉਦੋਂ ਮੇਰੇ ਮਦਰ ਵੀ ਇੱਥੇ ਨਹੀਂ ਸੀ, ਕਹਿੰਦੇ ਹਾਂ ਹੁਣ ਤਾਂ ਮੈਂ ਮੰਨ ਗਿਆ ਕਿ ਤੂੰ ਕਰ ਸਕਦੀ ਹੈ। ਤਾਂ ਮਤਲਬ ਪਰ ਇਹ ਸਭ ਗੱਲ ਹੈ ਕਿ ਜੇ ਆਪਾਂ ਸੋਚੀਏ ਕਿ ਆਪਣੇ ਕੋਲ ਇਹ ਸਭ ਕੁਝ ਹੈ ਜੀ ਮਤਲਬ ਸੰਖੇਪ ਚ ਇਹ ਹੈ ਕਿ ਜੋ ਸਾਡੇ ਕੋਲ ਅਗਰ ਆਪਾਂ ਉਹਦਾ ਫਾਇਦਾ ਉਠਾ ਲੈਂਦੇ ਆ, ਜੇ ਨਹੀਂ ਹੈ ਉਹਨੂੰ ਭੁੱਲ ਜਾਓ। ਆਪਾਂ ਕਿਉਂ ਯਾਦ ਰੱਖੀਏ ਕਿ ਸਾਡੇ ਕੋਲ ਸਾਈਟ ਨਹੀਂ ਹੈ, ਬਾਕੀ ਚੀਜ਼ਾਂ ਉਹਨਾਂ ਦਾ ਬੈਨੀਫਿਟ ਲਓ ਨਾ, ਮੈਕਸਿਮਮ ਬੈਨੀਫਿਟ ਲੈਣਾ ਚਾਹੀਦਾ ਹੈ। ਸਰ ਉਹਨਾਂ ਤੋਂ ਜਾਣਦੇ ਹਾਂ, ਸਰ ਤੁਹਾਡੀ ਰੂਟੀਨ ਕੀ ਰਹਿੰਦੀ ਫਿਰ ਰੋਜ਼ਾਨਾ ਦੀ? ਵਾਹ, ਬੜਾ ਅੱਛਾ ਪ੍ਰਸ਼ਨ ਹੈ ਸਰ। ਲੋਕਡਾਊਨ ਦੇ ਦੌਰਾਨ ਕੁਝ ਚੀਜ਼ਾਂ ਹੋਰ ਚੇਂਜ ਹੋਈਆਂ ਜ਼ਿੰਦਗੀ ਦੀਆਂ। ਮੈਂ ਲਗਭਗ ਸਵੇਰੇ 4-4:15 ਵਜੇ ਉੱਠ ਜਾਂਦਾ ਸਰ ਜੀ, ਔਰ ਉੱਠਦਿਆਂ ਸਾਰ ਦਰਬਾਰ ਸਾਹਿਬ ਤੋਂ ਆਪਣਾ ਰੇਡੀਓ ਔਨ ਕਰ ਲੈਂਦਾ ਮੋਬਾਈਲ 'ਤੇ, ਉੱਧਰੋਂ ਨਾਲ ਕੀਰਤਨ ਸੁਣਦਾ ਜੀ, ਔਰ ਨਾਲ ਆਪਣਾ ਪਾਣੀ ਗਰਮ ਕਰਕੇ ਪਾਣੀ ਪੀਣਾ, ਨਿੰਬੂ ਪਾਣੀ ਪੀਣਾ ਸ਼ਹਿਦ ਵਿੱਚ ਪਾ ਕੇ, ਫਿਰ ਯੋਗਾ ਕਰਨਾ ਲਗਾਤਾਰ, ਕਪਾਲ ਭਾਤੀ, ਅਨੁਲੋਮ ਵਿਲੋਮ। ਲਗਭਗ 7 ਵਜੇ ਤੱਕ ਮੇਰੀ ਰੂਟੀਨ ਚੱਲਦੀ ਹੈ ਜੀ। ਔਰ ਇਸ ਤੋਂ ਬਾਅਦ ਫਿਰ ਮੈਂ ਇਸ਼ਨਾਨ ਵਗੈਰਾ ਕਰਕੇ ਆਪਣਾ ਫਿਰ ਰਿਆਜ਼ ਸ਼ੁਰੂ ਕਰਦਾ। ਫਿਰ ਮੇਰਾ ਟਾਈਮ ਹੋ ਜਾਂਦਾ ਕਾਲਜ ਜਾਣ ਦਾ, ਲਗਭਗ 9:30-10 ਵਜੇ ਮੈਂ ਕਾਲਜ ਚਲਾ ਜਾਂਦਾ। ਫਿਰ ਇਸ ਤਰ੍ਹਾਂ ਮੇਰੀ ਰੂਟੀਨ ਚੱਲਦੀ। ਉੱਥੋਂ ਕਾਲਜ ਦੀ ਰੂਟੀਨ ਨਿਭਾ ਕੇ ਜਦੋਂ ਆਉਂਦਾ ਦੁਪਹਿਰੇ 2 ਵਜੇ ਘਰ ਆਉਂਦਾ, ਇਸ ਤੋਂ ਬਾਅਦ ਰੈਸਟ ਕਰਕੇ ਸ਼ਾਮ ਨੂੰ 4-5 ਵਜੇ ਫਿਰ ਆਪਣਾ ਰਿਆਜ਼ ਕਰਨਾ ਸ਼ੁਰੂ ਕਰ ਦਿੰਦਾ। ਜਾਂ ਕੋਈ ਵਿਦਿਆਰਥੀ ਵਿਸ਼ੇਸ਼ ਰੂਪ ਤੌਰ 'ਤੇ ਉਹਨੂੰ ਮੇਰੀਆਂ ਕੋਈ ਸਰਵਿਸਿਜ਼ ਚਾਹੀਦੀਆਂ ਹੋਣ ਤਾਂ ਉਹਨੂੰ ਸਹਿਯੋਗ ਦਿੰਦਾ ਜੀ। ਇਹ ਮੇਰਾ ਰੂਟੀਨ ਰਹਿੰਦਾ ਹੈ। ਲੋਕ ਕਹਿੰਦੇ ਜ਼ਿੰਦਗੀ ਬੜੀ ਔਖੀ ਹੈ, ਜਿਉਣੀ ਬੜੀ ਔਖੀ ਹੈ, ਬਹੁਤ ਸਾਰੇ ਸੰਘਰਸ਼ ਕਰਨੇ ਪੈਂਦੇ ਨੇ। ਇੱਕ ਨੋਰਮਲ ਵੀ ਵਿਅਕਤੀ ਜਿਹੜਾ ਹੁੰਦਾ ਉਹਨੂੰ ਵੀ ਬਹੁਤ ਸਾਰੀਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ। ਤੁਹਾਡੀ ਜ਼ਿੰਦਗੀ ਦੇ ਵਿੱਚ ਕਦੇ ਕੋਈ ਅਜਿਹਾ ਸਮਾਂ ਆਇਆ ਜਦੋਂ ਲੱਗਾ ਕਿ ਜ਼ਿੰਦਗੀ ਨੂੰ ਹਾਰ ਮੰਨ ਲਈ ਹੋਵੇ ਤੁਸੀਂ, ਜਾਂ ਕਦੇ ਇਦਾਂ ਦਾ ਕੋਈ ਸਮਾਂ ਆਇਆ ਹੋਵੇ? ਦੀਪਿਕਾ ਜੀ ਤੁਸੀਂ? ਹਾਲੇ ਤੱਕ ਤਾਂ ਮੇਰੀ ਜ਼ਿੰਦਗੀ 'ਚ ਹਾਰ ਮੰਨਣ ਵਾਲਾ ਤਾਂ ਨਹੀਂ ਸਮਾਂ ਆਇਆ। ਬਾਕੀ ਯੈਸ ਡੈਫੀਨੇਟਲੀ ਘਟਨਾਵਾਂ ਸਾਰਿਆਂ ਨੂੰ ਹੀ ਆਉਂਦੀਆਂ। ਮੈਨੂੰ ਲੱਗਦਾ ਹੈ ਕਿ ਜਿਹੜੇ ਸਾਈਟਡ ਫੈਮਿਲੀਜ਼ ਵੀ ਹੁੰਦੀਆਂ ਉੱਥੇ ਵੀ ਪ੍ਰੋਬਲਮਸ ਆਉਂਦੀਆਂ, ਇਹ ਨਹੀਂ ਕਿ ਸਾਨੂੰ ਹੀ ਆਉਂਦੀਆਂ। ਬਾਕੀ ਆਪਾਂ ਸਭ ਹਾਰ ਮੰਨਣ ਦੀ ਤਾਂ ਇਹ ਕਿ ਉਹੀ ਮੈਂ ਪਹਿਲੇ ਜਿਹੜੀ ਕਹੀ ਸੀ ਕਿ ਗਲਾਸ ਅੱਧਾ ਮੰਨ ਲਓ, ਚਾਹੇ ਅੱਧਾ ਭਰਿਆ ਮੰਨ ਲਓ, ਚਾਹੇ ਅੱਧਾ ਖਾਲੀ ਮੰਨ ਲਓ। ਮੈਂ ਅਰਜ਼ ਕਰਾਂਗਾ ਸਰ ਕਿ ਮੈਨੂੰ ਪੜ੍ਹਾਈ ਲਿਖਾਈ ਜਾਂ ਨੌਕਰੀ ਲੈਣ ਤੱਕ ਕੋਈ ਮੁਸ਼ਕਿਲ ਨਹੀਂ ਆਈ, ਪਰ ਇੱਕ ਪੱਖ 'ਤੇ ਆ ਕੇ ਜਿਹੜਾ ਕਿ ਦੇਖੋ, ਕਿਉਂਕਿ ਤੁਹਾਡਾ ਇੰਟਰਵਿਊ ਕਰਨ ਦਾ, ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਦਾ ਅਨੁਭਵ ਸਾਂਝੇ ਕਰਨਾ ਹੈ, ਇੱਕ ਪੁਆਇੰਟ 'ਤੇ ਆ ਕੇ ਲੱਗਦਾ ਹੁੰਦਾ ਕਿ ਸਮਾਜ ਦਾ ਨਜ਼ਰੀਆ ਅੱਜ ਵੀ ਬਦਲਣ ਦੀ ਜ਼ਰੂਰਤ ਹੈ। ਅਸੀਂ ਚਾਹੇ PhD ਕਰਕੇ ਅਸੀਂ ਚਾਹੇ ਪ੍ਰੋਫੈਸਰ ਬਣ ਗਏ, ਸਾਨੂੰ ਪੂਰਾ ਗ੍ਰੇਡ ਮਿਲ ਰਿਹਾ ਜਿਹੜਾ ਆਮ ਬੰਦੇ ਨੂੰ ਮਿਲ ਰਿਹਾ, ਪਰ ਸੁਸਾਇਟੀ ਵਿੱਚ ਅਜੇ ਵੀ ਕਿਤੇ ਨਾ ਕਿਤੇ ਹਿੱਚ ਰਹਿੰਦੀ ਹੈ ਕਿ ਹਾਂ ਇਹ ਬਲਾਈਂਡ ਪਰਸਨ ਹੈ, ਇਹ ਹੈਂਡੀਕੈਪਡ ਪਰਸਨ ਹੈ। ਇਹ ਕੁਝ ਪੜ੍ਹਿਆ ਲਿਖਿਆ ਸਮਾਜ ਤਾਂ ਬਦਲ ਰਿਹਾ, ਪਰ ਬਹੁਤ ਸਾਰਾ ਪੜ੍ਹਿਆ ਲਿਖਿਆ ਸਮਾਜ ਵੀ ਅਜੇ ਉਹਨੂੰ ਵੀ ਜਾਗਰੂਕ ਹੋਣ ਦੀ ਜ਼ਰੂਰਤ ਹੈ। ਉਹ ਤਾਂ ਕਿ ਕਦਰਦਾਨ ਨਹੀਂ ਕਰ ਸਕੇ ਕਿ ਇਹ ਕਿਤੋਂ ਵੀ ਪਿੱਛੇ ਨਹੀਂ ਚੱਲ ਰਹੇ, ਬਰਾਬਰ ਚੱਲ ਰਹੇ ਹੈ।
ਬਿਲਕੁਲ, ਜਦੋਂ ਅਸੀਂ ਮੈਂ ਦੱਸ ਦੇਣਾ ਚਾਹੁੰਦਾ, ਜਦੋਂ ਅਸੀਂ ਇਹਨਾਂ ਦੇ ਘਰੇ ਆਏ ਸੀ ਤਾਂ ਸਰ ਸਾਨੂੰ ਰਿਸੀਵ ਕਰਨ ਲਈ ਆਏ ਸੀ। ਵੀ ਇੱਕ ਪਲ ਲਈ ਵੀ ਮੈਨੂੰ ਜਾਂ ਮੇਰੇ ਦੋਸਤਾਂ ਨੂੰ ਇਦਾਂ ਦਾ ਅਹਿਸਾਸ ਨਹੀਂ ਹੋਇਆ ਕਿ ਇਹ ਬਲਾਈਂਡ ਨੇ, ਕਿਉਂਕਿ ਇਹ ਬਿਨਾਂ ਸਟਿਕ ਤੋਂ ਆਏ ਸੀ। ਬਹੁਤ ਸਾਰੇ ਲੋਕ ਤੁਹਾਨੂੰ ਇਦਾਂ ਦਾ ਇੱਕ ਵਾਰੀ ਅਜ਼ਿਊਮ ਨਹੀਂ ਕਰਦੇ ਹੋਣਗੇ ਸ਼ਾਇਦ। ਜੀ 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 ਬਿਲਕੁਲ। ਦੇਖੋ ਸਰ, ਜਿੱਥੇ ਅਸੀਂ ਯੂਜ਼ ਟੂ ਆ ਉੱਥੇ ਸਾਨੂੰ ਕੋਈ ਸਟਿਕ ਦੀ ਜ਼ਰੂਰਤ ਨਹੀਂ ਪੈਂਦੀ ਜੀ। ਉੱਥੇ ਐਨ ਅਸੀਂ ਬਿਲਕੁਲ, ਕਿਉਂਕਿ ਆਦਤ ਬਹੁਤ ਵੱਡੀ ਚੀਜ਼ ਜ਼ਿੰਦਗੀ ਦੀ। ਮੇਰੇ ਅਨੁਭਵ 'ਚ ਮਨਪ੍ਰੀਤ ਜੀ ਕੋਈ ਸ਼ਬਦ ਹੈ ਦੇਣ ਵਾਸਤੇ, ਅੱਜ ਮੈਂ 50-52 ਸਾਲ ਦੀ ਏਜ ਹੈ ਮੇਰੀ, ਕਿ ਆਦਤ, ਚੰਗੀ ਆਦਤ ਸਭ ਤੋਂ ਵੱਡੀ ਪੂੰਜੀ ਹੈ। ਕਿ ਸਾਡੀ ਮੋਬਿਲਿਟੀ, ਹੁਣ ਮੈਂ ਸੀੜੀਆਂ ਚੜ੍ਹ ਜਾਂਦਾ, ਸੀੜੀਆਂ ਉਤਰ ਜਾਂਦਾ ਆਰਾਮ ਨਾਲ, ਕੋਈ ਪਤਾ ਵੀ ਨਹੀਂ ਹੁੰਦਾ ਵੀ ਸੀੜੀਆਂ ਚੜ੍ਹ ਗਏ ਤੇ ਕਦੋਂ ਉਤਰ ਗਏ। ਸਮਾਨ ਚੱਕ ਕੇ ਵੀ ਉਤਰੀ ਤੇ 50 ਕਿਲੋ ਸਮਾਨ ਚੱਕ ਕੇ ਵੀ ਥੱਲੇ ਉਤਰ ਆਈਦਾ ਜੀ। ਆਮ ਬੰਦਾ ਘਬਰਾ ਜਾਂਦਾ, ਇਹ ਕਿੱਦਾਂ ਚੱਲ ਰਿਹਾ ਹੈ, ਗਿਰ ਨਾ ਜਾਣ ਕਿਤੇ। ਉਹ ਆਦਤ ਵਿੱਚ ਸ਼ਾਮਿਲ ਹੋ ਚੁੱਕਾ। ਬਿਲਕੁਲ, ਇਹ ਫੋਨ ਵੀ ਇੱਕ ਆਮ ਨੋਰਮਲ ਵਿਅਕਤੀ ਵਾਂਗੂ ਯੂਜ਼ ਕਰਦੇ ਨੇ। ਲੈਪਟਾਪ ਦੀ ਸਪੀਡ ਸ਼ਾਇਦ ਇਹਨਾਂ ਦੀ ਜਿਹੜੀ ਹੈ ਉਹ ਇੱਕ ਆਮ ਨੋਰਮਲ ਵਿਅਕਤੀ ਤੋਂ ਕਿਤੇ ਜ਼ਿਆਦਾ ਹੈ। ਇਹ ਇੱਕ ਐਕਸਪੀਰੀਅੰਸ ਹੈ ਕਿ ਜਾਂ ਕਿਵੇਂ ਇਹ ਫਿਰ ਪੋਸੀਬਲ ਹੁੰਦਾ ਹੈ? ਹਾਂ, ਆਦਤ ਪੈ ਜਾਂਦੀ ਹੈ ਭਾਈ ਸਾਹਿਬ। ਹੁਣ ਇਹ ਕੋਈ ਉਹ ਨਹੀਂ ਹੈ ਕਿ ਸਾਡੇ ਕੋਲ ਕੋਈ ਸਪੈਸ਼ਲ ਹੈ, ਸਕਿੱਲ ਹੈ ਜਾਂ ਸਪੈਸ਼ਲ ਲੈਪਟਾਪ ਹੋਏ ਜਿਹੜਾ ਆਮ ਲੋਕ ਯੂਜ਼ ਕਰਦੇ ਹੈ। ਇਹ ਆਦਤ ਪੈ ਜਾਂਦੀ ਹੈ ਕੰਮ ਕਰਨ ਦੀ, ਤੇ ਇਹ ਕੋਈ ਮੁਸ਼ਕਿਲ ਗੱਲ ਨਹੀਂ ਹੈ। ਹੋਰ ਬੱਚੇ ਸਾਡੇ ਤੋਂ ਵੀ ਵਧੀਆ ਲੈਪਟਾਪ ਯੂਜ਼ ਕਰ ਰਹੇ ਹੈ। ਔਰ ਅੱਜ ਬੱਚੇ ਲੈਪਟਾਪ ਔਰ ਇਹ ਫੋਨ ਦੇ ਸਹਾਰੇ, ਦੇਖੋ ਜੀ ਮੈਂ ਗੱਲ ਮੰਨਦੀ ਹਾਂ, ਮੇਰੀ ਕਈ ਲੋਕਾਂ ਨਾਲ ਗੱਲ ਵੀ ਹੁੰਦੀ ਹੈ ਐਕਸਪਰਟਸ ਨਾਲ, ਕਿ ਬਲਾਈਂਡ ਬੱਚਾ ਜਿਹੜਾ ਹੈ ਉਹਨੂੰ ਆਪਣੇ ਪੜ੍ਹਾਈ ਲਿਖਾਈ ਜਾਂ ਆਪਣੇ ਕੰਮ ਲਈ ਇੱਕ ਲੈਪਟਾਪ ਔਰ ਇੱਕ ਉਹਦੇ ਕੋਲ ਮੋਬਾਈਲ ਹੋਏ, ਉਹ ਚਾਹੇ ਕਿਸੇ ਵੀ ਲੈਵਲ ਦਾ ਕੰਮ ਕਰ ਸਕਦਾ। ਮੈਂ ਸਰ ਹੁਣਾਂ ਤੋਂ ਸਵਾਲ ਕਰਨਾ ਚਾਹੁੰਦਾ, ਇੱਕ ਜ਼ਿੰਦਗੀ ਦੇ ਨਾਲ ਜੁੜਿਆ ਹੋਇਆ। ਬਹੁਤ ਸਾਰੇ ਲੋਕ ਜ਼ਿੰਦਗੀ ਤੋਂ ਹਾਰ ਮੰਨ ਜਾਂਦੇ ਨੇ ਜਦੋਂ ਇੱਕ ਨੋਰਮਲ ਵਿਅਕਤੀ ਦਾ, ਇੱਕ ਨੌਜਵਾਨ ਦਾ ਸੰਘਰਸ਼ ਕਰਨ ਦੀ ਉਮਰ ਆਉਂਦੀ ਹੈ। ਉਸ ਸਮੇਂ ਦੌਰਾਨ ਉਹ ਸੰਘਰਸ਼ ਕਰਦਾ ਹੈ, ਇੱਕ ਨੋਰਮਲ ਵਿਅਕਤੀ ਵੀ ਹਾਰ ਮੰਨ ਜਾਂਦਾ ਹੈ। ਕੀ ਕਾਰਨ ਮੰਨਦੇ ਵੀ ਜ਼ਿੰਦਗੀ ਤੋਂ ਲੋਕ ਇੰਨੇ ਅੱਕ ਕਿਉਂ ਗਏ ਨੇ? ਦੇਖੋ ਸਰ, ਇਹਦੇ ਵਾਸਤੇ ਬਹੁਤ ਸਾਰੇ ਕਾਰਨ ਹੈ ਮਨਪ੍ਰੀਤ ਜੀ। ਕਿਤੇ ਕਿਤੇ ਤਾਂ ਹਾਰ ਮੰਨਣ ਦਾ ਕਾਰਨ ਖੁਦ ਇਨਸਾਨ ਹੁੰਦਾ ਕਿ ਉਹਦੇ 'ਚ ਹਿੰਮਤ ਘਟ ਗਈ ਹੁੰਦੀ ਹੈ। ਉਹ ਮਿਹਨਤ ਹੀ ਨਹੀਂ ਕਰਨਾ ਚਾਹ ਰਿਹਾ ਹੁੰਦਾ, ਉਹਨਾਂ ਜਜ਼ਬਾ ਨਹੀਂ ਰੱਖਦਾ ਮਿਹਨਤ ਦਾ। ਇਹ ਇੱਕ ਪਹਿਲੂ ਹੈ। ਪਰ ਸਰ ਸਾਡੀਆਂ ਸਮਾਜਿਕ ਸਥਿਤੀਆਂ ਇੱਦਾਂ ਦੀਆਂ ਹਨ ਸਾਡੇ ਦੇਸ਼ ਵਿੱਚ, ਸਾਡੇ ਸਮਾਜ ਵਿੱਚ, ਕਿਤੇ ਕਿਤੇ ਬਹੁਤ ਟੈਲੈਂਟ ਹੈ, ਬਹੁਤ ਕੁਛ ਹੈ, ਪਰ ਸਮਾਜ ਤੋਂ ਹੁੰਗਾਰਾ ਨਹੀਂ ਮਿਲ ਪਾ ਰਿਹਾ। ਇਹ ਵੀ ਕਾਰਨ ਬਣ ਜਾਂਦਾ ਜੀ। ਇਹਨਾਂ ਸਾਰੇ ਹਾਲਾਤਾਂ 'ਚ ਮੰਤਰ ਕੀ ਰਹਿੰਦਾ ਸਾਡੇ ਕੋਲ? ਹਿੰਮਤ ਨਾ ਹਾਰੀਏ ਸਰ। ਹਿੰਮਤੇ ਮਰਦਾ ਮਦਦੇ ਖੁਦਾ, ਜਿਹੜੀ ਗੱਲ ਕਹੀ ਜਾਂਦੀ, ਉਹਨੂੰ ਹੀ ਆਪਣਾ ਮਿਸ਼ਨ ਬਣਾ ਕੇ ਰੱਖੀਏ। ਹੁਣ ਕੋਈ ਜ਼ਿੰਦਗੀ ਦਾ ਏਮ ਤੁਸੀਂ ਰੱਖਿਆ ਹੋਏਗਾ ਵੀ ਹੁਣ ਮੈਂ ਜਿਹੜੇ ਬੱਚੇ ਆ ਰਹੇ ਨੇ ਉਹਨਾਂ ਨੂੰ ਇੱਥੋਂ ਤੱਕ ਲੈ ਕੇ ਜਾਣਾ ਹੈ। ਹੁਣ ਅੱਗੇ ਜ਼ਿੰਦਗੀ ਦੇ ਵਿੱਚ ਸੁਪਨਾ ਕੀ ਦੇਖਿਆ ਤੁਸੀਂ ਫਿਰ? ਵਾਹ ਸਰ, ਮੇਰੀ ਜਿਹੜੀ ਮਨ ਦੀ ਇੱਛਾ ਹੈ, ਜੋ ਮੈਂ ਹੁਣ ਤੱਕ ਅਨੁਭਵ ਅਰਜਿਤ ਕਰ ਲਿਆ, ਉਹ ਸੰਗੀਤ ਦੀ ਦੁਨੀਆ ਦਾ ਹੋ ਗਿਆ, ਚਾਹੇ ਉਹ ਹੈ ਜਿਹੜਾ ਸਾਡਾ ਡਿਸੇਬਿਲਿਟੀ ਦਾ ਸੈਕਟਰ ਹੈ। ਮੇਰਾ ਇਹੀ ਮਨ ਦੀ ਇੱਛਾ ਹੈ ਕਿ ਕਾਸ਼ ਜੋ ਮੈਂ ਅਰਜਿਤ ਕਰ ਚੁੱਕਾ, ਜਿਹੜੇ ਮੁਸ਼ਕਿਲਾਂ 'ਚੋਂ ਮੈਂ ਨਿਕਲਿਆ, ਜਿਹੜੀਆਂ ਆਸਾਨੀਆਂ ਮੈਂ ਮਾਣ ਲਈਆਂ, ਇਹ ਵੀ ਗੱਲ ਨਾਲ ਹੈ ਜੀ, ਵੀ ਉਹ ਮੈਂ ਉਸ ਯੋਗ ਉਹਨਾਂ ਲੋਕਾਂ ਨੂੰ, ਜਿਹੜੀ ਆਉਣ ਵਾਲੀ ਜਨਰੇਸ਼ਨ ਹੈ, ਉਹਨਾਂ ਤੱਕ ਇਹ ਚੀਜ਼ ਪਹੁੰਚਾਵਾਂ ਜਿੰਨਾ ਜਲਦੀ ਤੋਂ ਜਲਦੀ ਸੰਭਵ ਹੋਵੇ। ਤੇ ਮੇਰਾ ਚੈਲੰਜ ਇੱਕੋ ਹੀ ਹੁੰਦਾ ਸਰ ਕਿ ਮੈਂ ਆਪਣੇ ਸਮੇਂ ਦਾ ਸਦਉਪਯੋਗ ਕਿੱਦਾਂ ਕਰਾਂ। ਮੈਂ ਸਵੇਰੇ ਉੱਠ ਕੇ ਇਹ ਮਨ 'ਚ ਰੱਖਦਾ ਕਿ ਮੈਂ ਮੈਨੇਜਮੈਂਟ ਇੱਦਾਂ ਕਰਾਂ ਕਿ ਤੁਹਾਡੀ ਦੁਆ ਨਾਲ ਮੇਰੇ ਕੋਲ ਅਸਾਈਨਮੈਂਟ ਬੜੀ ਰਹਿੰਦੀ ਹੈ ਕਿ ਮੇਰੇ ਕੋਲ 10 ਸਟੂਡੈਂਟ ਮੇਰੀ ਵੇਟਿੰਗ 'ਚ ਹੈ, ਜਿਹੜੇ ਮੇਰੀ ਆਨਲਾਈਨ ਕਲਾਸ ਦੀ ਵੇਟ ਕਰਦੇ ਆ ਕਿ ਸਾਨੂੰ ਚਾਹੇ ਹਫਤੇ 'ਚ ਜਾਂ ਮਹੀਨੇ 'ਚ ਇੱਕ ਦਿਨ ਹੀ ਸਰ ਨਾਲ ਗੱਲਬਾਤ ਕਰਨ ਦਾ ਮੌਕਾ ਜਾਂ ਸੁਣਨ ਦਾ ਮੌਕਾ ਮਿਲ ਜਾਵੇ। ਤਾਂ ਮੈਂ ਕਹਿੰਦਾ ਹੇ ਰੱਬਾ, ਮੈਂ ਉਹਨੂੰ ਪੂਰਾ ਕਰ ਸਕਾਂ, ਕਰ ਨਹੀਂ ਪਾਉਂਦਾ, ਸਮੇਂ ਨੂੰ ਦੇ ਨਹੀਂ ਪਾਉਂਦਾ। ਇਹੀ ਮੇਰਾ ਮਨੋਰਥ ਹੈ ਸਰ। ਮੈਂ ਇੱਥੇ ਕਹਿਣਾ ਚਾਹੂੰਗੀ, ਮੇਰਾ ਜਿਹੜਾ ਵਿਜ਼ਨ ਹੈ ਕਿ ਜੋ ਮੈਂ ਦੇਖ ਰਹੀ ਹਾਂ ਬੱਚੇ ਰਹਿ ਜਾਂਦੇ ਆ ਪਿੱਛੇ, ਬੱਚਿਆਂ ਨੂੰ ਇੰਨੀ ਮੀਡੀਆ ਰੋਲ ਪਲੇ ਕਰ ਸਕਦਾ, ਇੰਨੀ ਅਵੇਅਰਨੈਸ ਹੋ ਜਾਏ, ਹਰ ਪਿੰਡ ਤੱਕ ਇਹ ਇਨਫੋਰਮੇਸ਼ਨ ਪਹੁੰਚ ਸਕੇ ਕਿ ਅੱਜ ਪੜ੍ਹਾਈ ਕਰਨਾ ਮੁਸ਼ਕਿਲ ਨਹੀਂ, ਅੱਜ ਇਹ ਕੰਮ ਕਰਨਾ ਕੋਈ ਦਿੱਕਤ ਨਹੀਂ ਹੈ। ਔਰ ਇਹਦੇ ਲਈ ਬਾਹਰਲੇ ਦੇਸ਼ ਵੀ ਸਪੋਰਟ ਕਰ ਸਕਦੇ ਹੈ, ਹਰ ਤਰ੍ਹਾਂ ਦੀ ਸਾਨੂੰ ਸਪੋਰਟ ਮਿਲੇ ਤਾਂ ਅਸੀਂ ਹੋਰ ਵੱਧ ਤੋਂ ਵੱਧ ਕੰਮ ਕਰੀਏ। ਅੱਛਾ ਸਰ, ਮੈਂ ਇੱਕ ਗੱਲ ਹੋਰ ਪੁੱਛਣੀ ਚਾਹੁੰਦਾ। ਹਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਘਟਨਾ ਵਾਪਰਦੀ ਆ ਜਿਹੜੀ ਕਈ ਵਾਰੀ ਕਿਸੇ ਦੂਜਿਆਂ ਲਈ ਮੋਟੀਵੇਸ਼ਨਲ ਦਾ ਕਾਰਨ ਵੀ ਬਣ ਜਾਂਦੀ ਹੈ। ਤਾਂ ਤੁਸੀਂ ਕੋਈ ਅਜਿਹੀ ਘਟਨਾ ਸਾਂਝੀ ਕਰਨਾ ਚਾਹੁੰਦੇ ਹੋ? ਸਰ ਦੇਖੋ, ਜ਼ਿੰਦਗੀ 'ਚ ਮੇਰੇ ਕੋਲ ਇਹੀ ਗੱਲ ਦੱਸਣ ਵਾਸਤੇ ਹੈ ਕਿ ਜਦੋਂ ਵੀ ਕੋਈ ਵੀ ਮੁਸ਼ਕਲ ਕਿਤੇ ਵੀ ਆ ਕੇ ਕੰਮ ਰੁਕਿਆ ਹੋਵੇ ਜੀ, ਉਸ ਤੋਂ ਬਾਅਦ ਹਿੰਮਤ ਨਹੀਂ ਹਾਰਨੀ ਸਰ। ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਇੱਕ ਤੁਹਾਡੇ ਹੁਣ ਪ੍ਰਸ਼ਨ ਕਰਨ 'ਤੇ ਜ਼ਰੂਰ ਸਾਂਝੀ ਕਰਾਂਗਾ। ਇੱਕ ਟਾਈਮ ਆਇਆ, ਮੈਂ ਪੰਜਾਬ ਯੂਨੀਵਰਸਿਟੀ 'ਚ ਐਮਫਿਲ ਕਰਕੇ ਹਟਿਆ ਸੀ ਅਜੇ। ਉਦੋਂ PhD ਕਰਨ ਦੀ ਇੱਛਾ ਸੀ ਵੀ ਹੁਣ ਜੇ ਨੌਕਰੀ ਨਹੀਂ ਮਿਲੀ ਤਾਂ PhD ਕਰ ਲਈ ਜਾਵੇ, ਪਰ ਕਿਸੇ ਕਾਰਨਵਸ਼ PhD ਸ਼ੁਰੂ ਨਹੀਂ ਹੋ ਪਾ ਰਹੀ ਸੀ। ਥੋੜ੍ਹਾ ਨਿਰਾਸ਼ ਹੋ ਗਿਆ, ਮਨ ਲੱਗਿਆ ਵੀ ਯਾਰ ਜੇ ਜੌਬ ਵੀ ਨਹੀਂ ਹੈ, PhD ਵੀ ਮੇਰੀ ਸ਼ੁਰੂ ਨਹੀਂ ਹੋ ਰਹੀ, ਮੇਰੀ ਫੈਲੋਸ਼ਿਪ ਵੀ ਹੋ ਚੁੱਕੀ ਸੀ, ਪਰ ਕੋਈ ਟੈਕਨੀਕਲ ਰੀਜ਼ਨ ਕਰਕੇ ਮੇਰੀ ਜੁਆਇਨਿੰਗ ਨਹੀਂ ਹੋ ਪਾ ਰਹੀ ਸੀ। ਤਾਂ ਥੋੜ੍ਹੇ ਸਮੇਂ ਨਿਰਾਸ਼ ਰਿਹਾ। ਕੇਂਦਰੀ ਵਿਦਿਆਲੇ ਦੀ ਸਿਲੈਕਸ਼ਨ ਹੋ ਗਈ, ਉਧਰੋਂ HMV ਦਾ ਲੈਟਰ ਆ ਗਿਆ, ਤੇ ਇੱਕ ਵਾਰੀ ਮਨ 'ਚ ਨਿਰਾਸ਼ਾ ਆਈ ਕਿ ਹੁਣ ਕਰਾਂਗਾ ਕੀ। ਪਰ ਥੋੜ੍ਹਾ ਜਿਹਾ ਸਮਾਂ ਪਾ ਕੇ ਜਦੋਂ ਨਿਰਾਸ਼ਾ ਦੂਰ ਹੋ ਗਈ
ਤਾਂ ਮਨ ਨੂੰ ਲੱਗਿਆ ਕਿ ਥੋੜੀ ਪੇਸ਼ੈਂਸ ਰੱਖੇ ਤਾਂ ਉਹ ਨਿਰਾਸ਼ਾ ਸਮਾਂ ਟਲ ਜਾਂਦਾ ਹੁੰਦਾ ਆਪਣੇ ਆਪ ਹੀ। ਜੀ ਜਦੋਂ ਮੈਂ ਥੋੜਾ ਜਿਹਾ ਪਿੱਛੇ ਜਾਣਾ ਚਾਹੁੰਦਾ, ਜਦੋਂ ਤੁਹਾਡੇ ਮਾਪੇ ਨੂੰ ਪਤਾ ਲੱਗਾ ਹੋਊਗਾ ਕਿ ਬੱਚਾ ਬਲਾਈਂਡ ਆ, ਉਸ ਸਮੇਂ ਉਹਨਾਂ ਦੇ ਕੀ ਹਾਲਾਤ ਸੀ, ਜਾਂ ਜਦੋਂ ਤੁਸੀਂ ਹੌਲੀ ਹੌਲੀ ਅੱਗੇ ਵਧੇ, ਜ਼ਿੰਦਗੀ ਦੀ ਮੰਜ਼ਿਲ ਵਧਦੇ ਗਏ, ਫਿਰ ਉਸ ਸਮੇਂ ਜਦੋਂ ਸਮਾਂ ਬਦਲਿਆ ਫਿਰ ਕਿਵੇਂ ਰਿਐਕਸ਼ਨ ਸੀ? ਬਹੁਤ ਅੱਛੀ ਗੱਲ ਹੈ ਸਰ। ਦੇਖੋ ਮੇਰਾ ਮੱਧ ਵਰਗੀ ਪਰਿਵਾਰ ਹੈ, ਮੇਰੇ ਮਾਤਾ ਪਿਤਾ ਕੋਈ ਬਹੁਤ ਜ਼ਿਆਦਾ ਐਡਵਾਂਸ ਨਹੀਂ ਸੀਗੇ, ਪਰ ਰੱਬ ਦੀ ਇੰਨੀ ਕਿਰਪਾ ਜ਼ਰੂਰ ਸੀ, ਉਹਨਾਂ ਦਾ ਮਨ ਇੰਨਾ ਕੁ ਜ਼ਰੂਰ ਉਤਸ਼ਾਹੀ ਸੀਗਾ ਕਿ ਉਹ ਇੱਕਦਮ ਨਿਰਾਸ਼ ਨਹੀਂ ਹੋਏ। ਉਹਨਾਂ ਨੇ ਨਹੀਂ ਸੋਚਿਆ ਕਿ ਅਸੀਂ ਬੱਚੇ ਨੂੰ ਪੜ੍ਹਾਵਾਂਗੇ ਨਹੀਂ, ਉਹ ਕਹਿੰਦੇ ਚਲੋ ਰਸਤੇ ਲੱਭੀਏ, ਆਪਾਂ ਕਿੱਦਾਂ ਪੜ੍ਹਾ ਸਕਦੇ ਹਾਂ ਇਹਨਾਂ ਨੂੰ। ਸ਼ੁਰੂ 'ਚ ਘਰ 'ਚ ਕੋਈ ਨਿਰਾਸ਼ਾ ਸੀ। ਮੈਂ 9 ਸਾਲ ਦੀ ਉਮਰ 'ਚ ਮੈਂ ਸਕੂਲ ਹੀ ਨਹੀਂ ਜਾ ਪਾਇਆ ਸੀ, ਭੇਜਿਆ ਨਹੀਂ ਘਰਦਿਆਂ ਨੇ ਡਰਦੇ ਮਾਰੇ ਕਿ ਇਹਦਾ ਐਕਸੀਡੈਂਟ ਨਾ ਹੋ ਜਾਵੇ, ਇਹ ਨਾ ਹੋ ਜਾਵੇ, ਜਾਏਗਾ ਕਿੱਦਾਂ, ਇਹਨੂੰ ਛੱਡ ਕੇ ਕਿੱਦਾਂ ਆਵਾਂਗੇ। ਪਰ ਇੱਕ ਦਿਨ ਆ ਗਿਆ, ਮੈਂ ਜਦੋਂ ਘਰਦਿਆਂ ਨੇ ਦੇਖਿਆ ਕਿ ਬੱਚਾ ਬਹੁਤ ਉਦਾਸ ਰਹਿੰਦਾ ਘਰ, ਮੈਨੂੰ ਸਕੂਲ 'ਚ ਐਡਮਿਟ ਉਹਨਾਂ ਨੇ ਕਰਾਇਆ। ਉੱਥੇ ਮੇਰੇ ਟੀਚਰ ਸਾਹਿਬਾਨ ਨੇ ਬਹੁਤ ਯੋਗਦਾਨ ਦਿੱਤਾ ਮੈਨੂੰ। ਫਿਰ ਜਦੋਂ ਇੱਕ ਸਮਾਂ ਆ ਗਿਆ ਜਦੋਂ ਮੇਰੀ ਵਿਜ਼ਨ ਬਹੁਤ ਵੀਕ ਹੋ ਗਈ ਸਰ ਬਾਅਦ ਵਿੱਚ, ਫਿਰ ਮੈਨੂੰ ਜਮਾਲਪੁਰ ਬਲਾਈਂਡ ਸਕੂਲ ਜਾਣਾ ਪਿਆ। ਉੱਥੇ ਫਿਰ ਮੈਂ ਬ੍ਰੇਲ ਸਿਸਟਮ ਦੇ ਸਹਾਰੇ ਅੱਗੇ ਆਪਣੀ ਸਾਰੀ ਪੜ੍ਹਾਈ ਸ਼ੁਰੂ ਕੀਤੀ। ਇਸ ਤੋਂ ਬਾਅਦ ਯਾਨੀ ਮੁਰਾਦ ਮੇਰੀ ਇਹ ਹੈ ਕਿ ਮਾਂ-ਬਾਪ ਘਬਰਾਏ ਜ਼ਰੂਰ ਕਿਸੇ ਟਾਈਮ 'ਤੇ, ਪਰ ਵਿਦ ਦਾ ਟਾਈਮ ਜਦੋਂ ਰਸਤੇ ਬਣਦੇ ਗਏ ਤਾਂ ਉਹ ਵੀ ਨਾਲ ਨਾਲ ਤੁਰਦੇ ਗਏ। ਅਤੇ ਮੇਰੇ ਦਰਸ਼ਕਾਂ ਨੂੰ ਇਹੀ ਸੁਨੇਹਾ ਹੈ ਸਰ ਕਿ ਕਦੀ ਕੋਈ ਮੁਸ਼ਕਿਲ ਆ ਜਾਵੇ, ਸਾਂਝ ਤਾਂ ਕਰੋ। ਜਿੱਦਾਂ ਅਸੀਂ ਬੈਠੇ ਹਾਂ, ਹੋਰ ਬਹੁਤ ਸਾਰੇ ਲੋਕ ਬੈਠੇ, ਇੱਕ ਵਾਰੀ ਗੱਲ ਤਾਂ ਖੋਲੋ ਨਾ ਆ ਕੇ, ਤਾਂ ਉਹਦੇ ਰਸਤੇ ਮਿਲ ਜਾਣਗੇ ਸਰ, ਅਵਸ਼ ਮਿਲਣਗੇ ਰਸਤੇ। ਮੈਂ ਮੈਮ ਤੋਂ ਸਵਾਲ ਕਰਨਾ ਚਾਹੁੰਦਾ, ਮੈਮ ਤੁਸੀਂ ਕੋਈ ਅਜਿਹਾ ਇਨਸੀਡੈਂਟ ਸਾਂਝਾ ਕਰਨਾ ਚਾਹੁੰਦੇ ਹੋ ਜੋ ਲੋਕਾਂ ਲਈ, ਦੂਜਿਆਂ ਲਈ ਮੋਟੀਵੇਸ਼ਨਲ ਬਣ ਜੇ? ਮੈਂ ਇਹ ਕਹਿਣਾ ਚਾਹੂੰਗੀ ਕਿ ਜਿੱਦਾਂ ਅਸੀਂ ਪੜ੍ਹ ਲਿਖ ਕੇ ਆਪਣੇ ਪੈਰਾਂ 'ਤੇ ਖੜੇ ਹੋ ਗਏ, ਇਸ ਤਰ੍ਹਾਂ ਹਰ ਕੋਈ ਖੜਾ ਹੋ ਸਕਦਾ ਹੈ। ਸਿਰਫ ਇਨੀਸ਼ੀਏਟਿਵ ਦੀ ਜ਼ਰੂਰਤ ਹੈ, ਹੋਰ ਕੋਈ। ਬਾਕੀ ਕਦੇ ਵੀ ਵਿਜ਼ੂਅਲੀ ਇੰਪੇਅਰਡ ਬੱਚਾ ਹੈ ਜਾਂ ਕੋਈ ਵੀ ਬੱਚੇ ਨੂੰ ਪ੍ਰੋਬਲਮ ਹੈ ਤੇ ਪੇਰੈਂਟਸ ਨੂੰ ਘਬਰਾਉਣਾ ਨਹੀਂ ਚਾਹੀਦਾ, ਕਿਉਂਕਿ ਅਗਰ ਯੂਨੀਵਰਸ 'ਚ ਕਿ ਸੱਚਾਈ ਹੈ ਕਿ ਹਰ ਪ੍ਰੋਬਲਮ ਦਾ ਸੋਲੂਸ਼ਨ ਹੈ। ਅੱਜ ਹਰ ਪ੍ਰੋਬਲਮ, ਅਗਰ ਇੱਕ ਸਿੱਕੇ ਉਹਦੇ ਦੋ ਪਾਸੇ ਹੈ, ਚਾਹੇ ਇੱਕ ਪ੍ਰੋਬਲਮ ਵਾਲਾ ਇੱਕ ਉਹ ਹੈ। ਇਹ ਹੁਣ ਆਪਾਂ 'ਤੇ ਹੈ ਕਿ ਆਪਾਂ ਕਿਹੜਾ ਦੇਖ ਲਿਆ, ਪ੍ਰੋਬਲਮ ਵਾਲਾ ਦੇਖ ਲਿਆ ਕਿ ਸੋਲੂਸ਼ਨ ਵਾਲਾ ਦੇਖ ਲਿਆ, ਅਤੇ ਆਪਾਂ ਨੂੰ ਬੈਟਰ ਹੈ ਕਿ ਆਪਾਂ ਹਮੇਸ਼ਾ ਸੋਲੂਸ਼ਨ ਵਾਲਾ ਹੀ ਦੇਖੀਏ। ਇੰਟਰਵਿਊ ਖਤਮ ਕਰਦੇ ਹਾਂ, ਪਰ ਮੈਂ ਚਾਹੁੰਦਾ ਜਾਂਦੇ ਜਾਂਦੇ ਸਰ ਦਾ ਮਿਊਜ਼ਿਕ ਦੇ ਨਾਲ ਬਹੁਤ ਪਿਆਰ ਹੈ, ਜਾਂਦੇ ਜਾਂਦੇ ਇੱਕ ਵਧੀਆ ਜਿਹਾ ਗਾਣਾ ਸੁਣਾ ਦਿਓ। ਸਰ ਬਹੁਤ ਬਹੁਤ ਧੰਨਵਾਦ ਤੁਹਾਡਾ। ਮੇਰੇ ਮਨ 'ਚ ਸੁਰਜੀਤ ਪਾਤਰ ਜੀ ਦੀਆਂ ਬੜੀਆਂ ਪਿਆਰੀਆਂ ਰਚਨਾ ਸਤਰਾਂ ਗੂੰਜ ਰਹੀਆਂ ਹਨ ਜੀ। ਮੇਰੀ ਹਰ ਸ਼ਾਖ ਵਿੱਚ ਧਰਤ ਦਾ ਸੋਗ ਹੈ, ਮੇਰੇ ਪੱਤਿਆਂ ਨੂੰ ਪਤਝੜ ਸੁਕਾਉਂਦੀ ਰਹੀ। ਮੇਰੀ ਹਰ ਸ਼ਾਖ ਵਿੱਚ ਧਰਤ ਦਾ ਸੋਗ ਹੈ, ਮੇਰੇ ਪੱਤਿਆਂ ਨੂੰ ਪਤਝੜ ਸੁਕਾਉਂਦੀ ਰਹੀ। ਪੱਤੇ ਕਿਰਦੇ ਰਹੇ ਲਫ਼ਜ਼ ਬਣ ਧਰਤ ਤੇ, ਪੱਤੇ ਕਿਰਦੇ ਰਹੇ ਲਫ਼ਜ਼ ਬਣ ਧਰਤ ਤੇ। ਮੈਂ ਉਹ ਲਿਖਿਆ ਹਵਾ ਜੋ ਲਿਖਾਉਂਦੀ ਰਹੀ। ਮੇਰੀ ਹਰ ਸ਼ਾਖ ਵਿੱਚ ਧਰਤ ਦਾ ਸੋਗ ਹੈ। ਮੈਂ ਤਾਂ ਧਰਤੀ ਹਾਂ, ਮੇਰਾ ਹਰਖ ਸੋਗ ਕੀ। ਮੈਂ ਤਾਂ ਧਰਤੀ ਹਾਂ, ਮੇਰਾ ਹਰਖ ਸੋਗ ਕੀ। ਮੇਰੀ ਹੋਣੀ ਤਾਂ ਇਹੋ ਹੈ ਸਦੀਆਂ ਤੋਂ ਹੀ, ਮੇਰੀ ਹੋਣੀ ਤਾਂ ਇਹੋ ਹੈ ਸਦੀਆਂ ਤੋਂ ਹੀ। ਟੁੱਟਦੇ ਪੱਤਿਆਂ ਨੂੰ ਸੀਨੇ ਦੇ ਵਿੱਚ ਸਾਂਭ ਕੇ, ਟੁੱਟਦੇ ਪੱਤਿਆਂ ਨੂੰ ਸੀਨੇ ਦੇ ਵਿੱਚ ਸਾਂਭ ਕੇ, ਫੁੱਟਦੇ ਪੱਤਿਆਂ ਨੂੰ ਲੋਰੀ ਸੁਣਾਉਂਦੀ ਰਹੀ। ਮਨਪ੍ਰੀਤ ਜੀ, ਜੇ ਆਗਿਆ ਹੋਵੇ, ਇਹਦਾ ਇੱਕ ਬੰਦ ਬਹੁਤ ਹੀ ਪਿਆਰਾ ਹੈ ਸਰ। ਜੀ 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 ਬਿਲਕੁਲ। ਉਹਦੇ 'ਚ ਪਾਤਰ ਸਾਹਿਬ ਕਹਿੰਦੇ ਆ ਕਿ ਮੈਂ ਗਿਆ ਹਾਂ ਸਿਤਮਗਰ ਦੇ ਦਰਬਾਰ ਵੀ, ਮੈਂ ਗਿਆ ਹਾਂ ਸਿਤਮਗਰ ਦੇ ਦਰਬਾਰ ਵੀ। ਸਿਰ ਤੇ ਲਟਕੀ ਹੈ ਸ਼ਾਹਾਂ ਦੀ ਤਲਵਾਰ ਵੀ, ਸਿਰ ਤੇ ਲਟਕੀ ਹੈ ਸ਼ਾਹਾਂ ਦੀ ਤਲਵਾਰ ਵੀ। ਪਰ ਕੋਈ ਮਿਹਰ ਸੀ ਮੇਰੀ ਆਵਾਜ਼ ਤੇ,
पर कोई मेहर सी मेरी आवाज़ ते दिल ने जो भी कहा गीत गाਉਂਦੀ ਰਹੀ। ਜਦੋਂ ਮੈਂ ਬੰਦ ਕਰਨਾ ਸਰ ਤਾਂ ਮੈਨੂੰ ਛੋਟੇ ਸਾਹਿਬਜ਼ਾਦੇ ਯਾਦ ਆਉਂਦੇ ਆ ਸਰ। ਤਾਂ ਸਾਨੂੰ ਵੀ ਚਾਹੀਦਾ ਕਿ ਉਹਨਾਂ ਨੇ ਸਵੈਮਾਨ ਵਾਸਤੇ ਇੰਨਾ ਵੱਡਾ ਬਲੀਦਾਨ ਦਿੱਤਾ ਤੇ ਪਰਮਾਤਮਾ ਸਾਨੂੰ ਵੀ ਸਵੈਮਾਨ ਨਾਲ ਜ਼ਿੰਦਗੀ ਜੀਣ ਦਾ ਬਲ ਬਖਸ਼ੇ ਸਰ। ਔਰ ਮੈਂ ਜਾਂਦੇ ਜਾਂਦੇ ਸਰ ਇੱਕ ਬੇਨਤੀ ਸਾਰੇ ਸਮਾਜ ਨੂੰ ਇਹ ਕਰਨਾ ਚਾਹੁੰਦਾ ਵੀ ਜਿਹੜੀਆਂ ਸક્ષਮ ਵਰਗੀਆਂ ਸੰਸਥਾਵਾਂ ਹੈ ਉਹਨਾਂ ਨੂੰ ਕੋਈ ਘਬਰਾਹਟ ਨਹੀਂ ਜੇ ਤੁਸੀਂ ਲੋਕ ਨਾਲ ਹੋ। ਇਸ ਲਈ ਸਾਨੂੰ ਬਹੁਤ ਕੁਝ ਲੋਕਾਂ ਤੋਂ ਸਾਨੂੰ ਉਹਦਾ ਗੌਰਮੈਂਟ ਤੋਂ ਕੋਈ ਇਸ ਤਰ੍ਹਾਂ ਦੀ ਏਡ ਫਾਈਨੈਂਸ਼ੀਅਲ ਏਡ ਨਹੀਂ ਮਿਲਦੀ, ਪਰ ਸਮਾਜ ਵਿੱਚੋਂ ਸਰ ਬਹੁਤ ਸਾਰੇ ਇੰਡੀਵਿਜੂਅਲ ਲੋਕ ਜੁੜੇ ਹੋਏ ਹੈ, ਬਹੁਤ ਸਾਰੀਆਂ ਇੰਡਸਟਰੀਜ਼ ਦੇ ਕੁਝ ਲੋਕ ਜੁੜੇ ਹੋਏ ਹੈ ਜਿਹੜੇ ਕਿ ਸਾਨੂੰ ਇਹ ਪ੍ਰੋਜੈਕਟਸ ਚਲਾਉਣ ਵਾਸਤੇ ਮਦਦ ਦਿੰਦੇ ਆ ਸਰ। ਬੜਾ ਜ਼ਰੂਰੀ ਸਵਾਲ ਹੀ ਮੇਰੇ ਕੋਲ ਸਕਿਪ ਹੋ ਗਿਆ ਸੀ। ਇਹ ਜਿਹੜੇ ਤੁਸੀਂ ਬਲਾਈਂਡ ਬੱਚਿਆਂ ਦੀ ਮਦਦ ਕਰ ਰਹੇ ਹੋ, ਉਹਨਾਂ ਨੂੰ ਸਿੱਖਿਆ ਦੇ ਰਹੇ ਹੋ, ਇਹ ਫਿਰ ਫੰਡ ਵਗੈਰਾ ਦਾ ਕਿਵੇਂ ਅਰੇਂਜ ਹੁੰਦਾ? ਇਹ ਸਭ ਸਾਡੇ ਨਾਲ ਕਰੀਬ 700 ਬੱਚਾ ਜੁੜਿਆ ਹੋਇਆ ਹੈ। ਉਹ ਕਿਤਾਬਾਂ ਲੈਂਦੇ ਹੈ ਔਰ ਇੱਕ ਕਿਤਾਬ ਬਣਾਉਣ ਦੀ ਕਰੀਬ 7-8 ਹਜ਼ਾਰ ਰੁਪਇਆ ਕੀਮਤ ਆਉਂਦੀ ਹੈ ਤੇ ਉਹ ਸਾਨੂੰ ਉਹੀ ਫੰਡ ਸਾਨੂੰ ਰੇਜ਼ ਕਰਨਾ ਪੈਂਦਾ ਹੈ ਕਿਉਂਕਿ ਅਸੀਂ ਕਿਸੇ ਵੀ ਕੰਮ ਤੇ ਵੋਲੰਟੀਅਰਸ ਨਹੀਂ ਯੂਜ਼ ਕਰ ਰਹੇ। ਸਾਡੇ ਕੋਲ ਸਾਰਾ ਪੇਡ ਸਟਾਫ ਹੈ ਤੇ ਇਹਦੇ ਵਿੱਚ ਸਮਾਜ ਦਾ ਹੀ ਮੇਨ ਰੋਲ ਹੈ ਕਿਉਂਕਿ ਮੇਰੇ ਕੋਲ ਕੋਈ ਗਵਰਨਮੈਂਟ ਦੀ ਸਪੋਰਟ ਨਹੀਂ ਹੈ ਔਰ ਨਾ ਹੀ ਮੈਂ ਗਵਰਨਮੈਂਟ ਦੀ ਸਪੋਰਟ ਲੈ ਵੀ ਨਹੀਂ ਰਹੀ ਕੋਈ ਵੀ, ਤੇ ਬਸ मतलब सोसाइटी दी सपोर्ट नाल ये सारा काम हो रहा है। कुछ लोग नेचुरली सर कुछ ये भी मैं जरूर जोड़ना चाहवांगा, कुछ इन्ने सज्जन लोग है कि वॉलंटियर सर्विस भी कुछ लोग देंदे है पर क्योंकि वॉलंटियर लोग बेचारे रेगुलर नहीं कर पा सकते सर, इस करके सानू एम्प्लॉयमेंट ही क्रिएट करनी पैंदी है, पेड स्टाफ जोड़ना पैंदा है जी क्योंकि इत्थे पंजाब च इंडस्ट्री नहीं है, जॉब अपॉर्चुनिटीज इन्नियां नहीं है ते फिर वो नेचुरली हर किसी नूं आज रोटी तां चाहिदी है ਤੇ ਇਸ ਲਈ ਫਿਰ ਬੱਚੇ ਉਨੀ ਕਮਿਟਮੈਂਟ ਨਹੀਂ ਹੁੰਦੀ, ਉਹਨਾਂ ਕੰਮ ਅੱਛੇ ਟਾਈਮ ਤਰੀਕੇ ਨਾਲ ਨਹੀਂ ਹੋ ਸਕਦਾ ਤੇ ਫਿਰ ਕਿ ਫੰਡਸ ਜਨਰੇਸ਼ਨ ਦੀ ਜ਼ਰੂਰਤ ਤਾਂ ਹੈ ਹੀ ਹੈ, ਉਹ ਤਾਂ ਸਦਾ ਹੀ ਹੈ। ਹਾਂ ਪਰ ਬਾਕੀ ਸ਼ਹਿਰ ਦੇ ਲੋਕ ਜਿਹੜੇ ਬੈਠੇ ਆ ਜਿਹੜੇ ਸੁਣ ਰਹੇ ਆ ਉਹ ਆਪਣਾ ਰੋਲ ਅਦਾ ਕਰ ਸਕਦੇ ਆ। ਪਰ ਮਨਪ੍ਰੀਤ ਸਰ ਅਸੀਂ ਰਜਿਸਟਰਡ ਆਰਗੇਨਾਈਜੇਸ਼ਨ ਹੈ ਸਾਡੀ ਵਿਦ ਗਵਰਨਮੈਂਟ ਆਫ ਇੰਡੀਆ ਨਾਲ ਔਰ ਬਹੁਤ ਵਧੀਆ ਕੰਮ ਕਰ ਰਹੇ ਹੋ। ਬਹੁਤ ਵਧੀਆ ਲੱਗਾ ਸਾਨੂੰ ਤੁਹਾਡੇ ਨਾਲ ਇੰਟਰਵਿਊ ਕਰਕੇ, ਬਹੁਤ ਕੁਝ ਸਿੱਖਣ ਨੂੰ ਮਿਲਿਆ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ। ਇਹ ਸੀ ਡਾਕਟਰ ਸਾਗਰ ਅਤੇ ਉਹਨਾਂ ਦੇ ਪਤਨੀ ਜਿਨ੍ਹਾਂ ਦੇ ਨਾਲ ਆਪਾਂ ਇੰਟਰਵਿਊ ਕੀਤੀ ਅਤੇ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਕੀਤੀ। ਇਹ ਬਹੁਤ ਇੱਕ ਲੋਕਾਂ ਲਈ ਮੋਟੀਵੇਸ਼ਨਲ ਨੇ, 100% ਬਲਾਈਂਡ ਨੇ, ਪਰ ਇਹਨਾਂ ਨੇ ਜ਼ਿੰਦਗੀ ਦੇ ਵਿੱਚ ਕਦੇ ਵੀ ਹਾਰ ਨਹੀਂ ਮੰਨੀ ਅਤੇ ਜ਼ਿੰਦਗੀ ਦੇ ਵਿੱਚ ਹਾਰ ਮੰਨਣ ਵਾਲੇ ਨੋਰਮਲ ਵਿਅਕਤੀਆਂ ਨੂੰ ਵੀ ਇਹਨਾਂ ਵੱਲੋਂ ਮੈਸੇਜ ਦਿੱਤਾ ਗਿਆ ਅਤੇ ਇਹਨਾਂ ਵੱਲੋਂ ਜਿਹੜੇ ਬਲਾਈਂਡ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਔਰ ਵੀ ਬੱਚੇ ਅੱਗੇ ਜ਼ਿੰਦਗੀ ਦੇ ਵਿੱਚ ਅੱਗੇ ਵਧ ਰਹੇ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਬੱਚਾ IAS ਵੀ ਬਣ ਚੁੱਕਾ ਹੈ। ਦੇਖਦੇ ਰਹੋ TV ਪੰਜਾਬ। ਕੈਮਰਾਮੈਨ ਰਵਿੰਦਰ ਕੁਮਾਰ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ, TV ਪੰਜਾਬ ਜਲੰਧਰ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।